ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਅੱਜ ਦਾ ਇਹ ਜਿਹੜਾ ਸਵੇਰ ਦਾ ਬੁਲਟਨ ਲੈ ਕੇ ਹਾਜ਼ਰ ਹਾਂ। ਅੱਜ 19 ਅਕਤੂਬਰ ਦਿਨ ਹੈਗਾ ਹੈ ਜੀ, ਮੰਗਲਵਾਰ ਤੇ ਆਪਾਂ ਗੱਲਬਾਤ ਕਰਾਂਗੇ ਜੋ ਵੀ ਅਮਰੀਕਾ ਭਰ ਦੇ ਵਿੱਚ ਚੱਲ ਰਿਹਾ ਹੈਗਾ ਆ, ਉੱਥੇ ਦੀਆਂ ਜਿਹੜੀਆਂ ਆ ਸਿਆਸੀ ਸਰਗਰਮੀਆਂ, ਉਸ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਂਦੀਆਂ। ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਵੱਖ-ਵੱਖ ਰੇਡੀਓ ਸਟੇਸ਼ਨਸ ਦੇ ਮਾਧਿਅਮ ਦੇ ਰਾਹੀਂ ਸੁਣ ਰਹੇ ਹੋ, ਤੇ ਹੁਣ ਬੇ ਏਰੀਆ ਦੇ ਵਿੱਚ ਵੀ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਗੱਡੀਆਂ ਦੇ ਵਿੱਚ ਸੁਣ ਸਕਦੇ ਆ। 98.5 FM ਦੇ ਉੱਤੇ HD ਚੈਨਲ 3 ਦੇ ਉੱਤੇ ਜਾ ਕੇ ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਜਿਹੜਾ ਹੁਣ ਆਪਣੀਆਂ ਗੱਡੀਆਂ ਦੇ ਵਿੱਚ ਸੁਣ ਸਕਦੇ ਆ। ਪੂਰੇ ਬੇ ਏਰੀਏ ਦੇ ਵਿੱਚ ਇਸ ਦੀ ਜਿਹੜੀ ਕਵਰੇਜ ਉਹ ਹੈਗੀ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਿਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575 5599052575। ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ ਆਪਾਂ ਇਹ ਦਿੰਦੇ ਨੇ। ਕਾਲ 5592663737। ਪ੍ਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000 ਤੇ ਟੇਰਕੀਅਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਤੇ ਆਪਣੇ ਨਾਲ ਜਿਹੜੇ ਜੀ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸੈਨੋਜ਼ੇ ਸਟੂਡੀਓਜ਼ ਤੋਂ। ਜੀ ਇਹਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਆਪਣਾ ਜਿਹੜਾ ਸੈਨੋਜ਼ੇ ਬੇ ਏਰੀਏ ਦਾ ਨਵਾਂ ਰੇਡੀਓ ਸਟੇਸ਼ਨ ਆ 98.5 FM HD 3, ਜਿੰਨੇ ਵੀ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 19 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਤੇ ਖਬਰਾਂ ਦੇ ਉੱਤੇ ਹਰਜੋਤ ਸਿੰਘ ਜੀ ਨਜ਼ਰ ਮਾਰਨੀ, ਜੇ ਆਪਾਂ ਸ਼ੁਰੂ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਕਹਿੰਦੇ ਆ ਅੱਜ ਪ੍ਰੋਗਰੈਸਿਵ ਤੇ ਸੈਂਟਰਿਸਟ ਜਿਹੜੇ ਡੈਮੋਕ੍ਰੇਟਸ ਆ, ਉਹਨਾਂ ਦੋਨਾਂ ਹੀ ਧੜਿਆਂ ਦੇ ਨਾਲ ਜਿਹੜੀ ਆ ਮੁਲਾਕਾਤ ਕਰਨਗੇ, ਵੀ ਉਹਨਾਂ ਦੀ ਜਿਹੜੀ ਸੋਸ਼ਲ ਸਪੈਂਡਿੰਗ ਡੀਲ ਹੈਗੀ ਆ ਵੀ ਉਹ ਕਿਸੇ ਤਰੀਕੇ ਤਣ ਪੱਤਣ ਜਿਹੜੀ ਉਹ ਲੱਗ ਸਕੇ। ਕੱਲ ਬਰਨੀ ਸੈਂਡਰਸ, ਜੋ ਮੈਨਸ਼ਨ ਤੇ ਜੈਪਾਲ, ਉਹਨਾਂ ਦੇ ਨਾਲ ਜਿਹੜੀ ਆ ਉਹਨਾਂ ਦੀ ਮੀਟਿੰਗ ਜਿਹੜੀ ਉਹ ਹੋਈ ਸੀ। ਤੇ ਹੁਣ ਰਾਸ਼ਟਰਪਤੀ ਬਾਈਡਨ ਇਸ ਮੋਡ ਦੇ ਵਿੱਚ ਕਹਿੰਦੇ ਉਹ ਆਉਣਾ ਪੈਣਾ ਹੈ ਉਹਨਾਂ ਨੂੰ, ਕਿਉਂਕਿ ਹੋਰ ਕੋਈ ਚਾਰਾ ਨਹੀਂ ਆ। ਜੇ ਆਪਣੀ ਪਾਰਟੀ ਨੂੰ ਉਹ ਚਾਹੁੰਦੇ ਆ ਵੀ 2022 ਦੀਆਂ ਇਲੈਕਸ਼ਨਸ ਦੇ ਵਿੱਚ ਕੁਛ ਮੂੰਹ ਦਿਖਾਉਣ ਜੋਗਾ ਜਿਹੜਾ ਉਹ ਰੱਖਣਾ ਚਾਹੁੰਦੇ ਨੇ। ਸੋ ਰਾਈਟ ਨਾਓ ਕਾਫੀ ਕਹਿੰਦੇ ਵੀ ਵੱਡੇ ਦਰਾਰਾਂ ਇਹਨਾਂ ਦੋਨਾਂ ਹੀ ਧੜਿਆਂ ਦੇ ਵਿੱਚ ਇੱਕੋ ਪਾਰਟੀ ਦੇ ਵਿੱਚ ਜਿਹੜੀਆਂ ਉਹ ਬਣੀਆਂ ਪਈਆਂ ਆ, ਖਾਸ ਕਰਕੇ ਸੋਸ਼ਲ ਸੇਫਟੀ ਨੈਟ ਤੇ ਕਲਾਈਮੇਟ ਪਾਲਿਸੀ ਆ ਉਸ ਨੂੰ ਲੈ ਕੇ। ਸਭ ਤੋਂ ਵੱਡੇ ਅੜਿੱਕੇ ਇਹਨਾਂ ਦੀ ਇਸ ਪਾਲਿਸੀ ਦੇ ਵਿੱਚ ਇਹ ਦੋ ਡੈਮੋਕ੍ਰੇਟ ਸੈਨੇਟਰਸ ਹੈਗੇ ਨੇ, ਜੋ ਮੈਨਸ਼ਨ ਵੈਸਟ ਵਰਜੀਨੀਆ ਤੋਂ ਤੇ ਕ੍ਰਿਸਟਨ ਸਿਨੇਮਾ ਜਿਹੜੀ ਆ ਐਰੀਜ਼ੋਨਾ ਤੋਂ। ਸੋ ਕਹਿੰਦੇ ਵੀ ਹਾਲ ਦੀ ਘੜੀ ਇਹ ਦੋਨੋਂ ਹੀ ਜਿਹੜੇ ਮੋਡਰੇਟ ਡੈਮੋਕ੍ਰੇਟ ਸੈਨੇਟਰਸ ਹੈਗੇ ਆ, ਉਹ ਆਪਣੇ ਜਿਹੜੇ ਪੱਤੇ ਆ ਉਹ ਸੀਨੇ ਦੇ ਨਾਲ ਲਾ ਕੇ ਰੱਖੇ ਆ, ਬਹੁਤੇ ਜ਼ਿਆਦਾ ਜਿਹੜੇ ਉਹ ਸ਼ੋਅ ਨਹੀਂ ਕਰ ਰਹੇ। ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਉਹਨਾਂ ਨੇ ਜਿਹੜੀਆਂ ਆਲਰੇਡੀ ਪਹਿਲਾਂ ਦੱਸੀਆਂ। ਹੁਣ ਦੇਖੋ ਇਸ ਮੁਲਾਕਾਤ ਤੋਂ ਬਾਅਦ ਦੇ ਵਿੱਚ ਕੀ ਜਿਹੜਾ ਆ ਹਰਜੋਤ ਸਿੰਘ ਜੀ ਇਹ ਬਣਦਾ ਹੈਗਾ ਆ। ਸੋ ਕਹਿੰਦੇ ਵੀ ਬਾਅਦ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਤੇ ਟ੍ਰੈਜਰੀ ਸਕੱਤਰ ਜੈਨਟ ਯੈਲਨ, ਉਹ ਜਿਹੜੇ ਹਾਊਸ ਦੇ ਪ੍ਰੋਗਰੈਸਿਵਸ ਹੈਗੇ ਆ ਉਹਨਾਂ ਨੂੰ ਜਿਹੜੇ ਉਹ ਪਹਿਲੋਂ ਮਿਲਣਗੇ, ਤੇ ਫਿਰ ਬਾਅਦ ਦੇ ਵਿੱਚ ਹਾਊਸ ਤੇ ਸੈਨੇਟ ਦੇ ਜਿਹੜੇ ਸੈਂਟਰਿਸਟ ਆ ਉਹਨਾਂ ਨੂੰ ਜਿਹੜਾ ਉਹ ਮਿਲਣਗੇ। ਸੋ ਇਹ ਹੁਣ ਪੁੱਲ ਬਣਾਉਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ ਵੀ ਆਪਸ ਦੇ ਵਿੱਚ ਕਿਸੇ ਤਰੀਕੇ ਦਾ ਇਹਨਾਂ ਦਾ ਸਮਝੌਤਾ ਜਿਹੜਾ ਆ ਉਹ ਹੋ ਸਕੇ। ਸੋ ਉਹਨਾਂ ਦਾ ਵੀ ਕੌਕਸ ਕਾਫੀ ਵੱਡਾ ਹੈਗਾ ਆ, ਜਿਹੜਾ ਪ੍ਰੋਗਰੈਸਿਵ ਲਾਅ ਮੇਕਰਸ ਦਾ ਹਾਊਸ ਦੇ ਵਿੱਚ,
ਤਕਰੀਬਨ 90 ਤੋਂ 100 ਜਿਹੜੇ ਆ ਉਸ ਦੇ ਵਿੱਚ ਮੈਂਬਰ ਉਸ ਦੇ ਵਿੱਚ ਦੱਸੇ ਜਾਂਦੇ ਆ, ਜਿਨ੍ਹਾਂ ਨੂੰ ਲੀਡ ਜਿਹੜੀ ਹੈ ਜੈਪਾਲ ਜਿਹੜੀ ਉਹ ਕਰਦੇ ਹੈਗੇ ਆ। ਸੋ ਲੈਟਸ ਸੀ ਕੀ ਬਣਦਾ ਆ, ਪਰ ਕੋਸ਼ਿਸ਼ ਇਹਨਾਂ ਦੀ ਚੱਲ ਰਹੀ ਆ ਵੀ ਕਿਸੇ ਤਰੀਕੇ ਦੇ ਨਾਲ ਇਹ ਪਾਸ ਜਿਹੜਾ ਉਹ ਹੋ ਸਕੇ। 7 ਕਾਂਗਰੈਸ਼ਨਲ ਦਿਨ ਜਿਹੜੇ ਹਰਜੋਤ ਸਿੰਘ ਜੀ ਇਸ ਮਹੀਨੇ ਦੇ ਬਚੇ ਹੈਗੇ ਨੇ, ਤੇ ਕਹਿੰਦੇ ਵੀ ਜਿਹੜੀ ਡੈਡਲਾਈਨ ਇਹਨਾਂ ਨੇ ਮਿੱਥੀ ਸੀਗੀ ਉਸ ਨੂੰ ਪਾਰ ਕਰਨਾ, ਉਸ ਨੂੰ ਸਰ ਕਰਨਾ ਹਾਲ ਦੀ ਘੜੀ ਇਹਨਾਂ ਦੇ ਲਈ ਨਾਮੁਮਕਿਨ ਜਿਹਾ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ। ਜੀ, ਬਿਲਕੁਲ। ਦੋਨੋਂ ਜਿਹੜੇ ਸੈਨੇਟਰ ਆ ਐਕਚੁਅਲੀ ਕਈ ਵਾਰ ਕੀ ਆ ਲੋਕ ਸੋਚਦੇ ਉਹ ਆਪਣੀ ਪੋਜੀਸ਼ਨ ਵੀ ਸੇਵ ਕਰਨ ਨੂੰ ਬੈਠੇ ਆ। ਉਹਨਾਂ ਨੂੰ ਪਤਾ ਵੀ ਜੋ ਮੈਨਸ਼ਨ ਜਿਹੜਾ ਜਿਸ ਏਰੀਏ ਦੇ ਵਿੱਚ ਆ ਉੱਥੇ ਰਿਪਬਲਿਕਨ ਲੋਕ ਕਾਫੀ ਹੈਗੇ ਆ ਤੇ ਦੋਨੋਂ ਹੀ ਜਿਹੜੇ ਸੈਨੇਟਰ ਇੱਕ ਬਰਨੀ ਸੈਂਡਰਸ ਉਹ ਵਰਜੀਨੀਆ ਤੋਂ ਆ, ਇਹ ਵੀ ਵਰਜੀਨੀਆ ਤੋਂ ਹੈਗੇ ਆ। ਸੋ ਉਹਨਾਂ ਦੀ ਆਪਸ ਵਿੱਚ ਵੀ ਕਾਫੀ ਖਿੱਚਮਖਚ ਜਿਹੜੀ ਚੱਲ ਰਹੀ ਆ ਤੇ ਐਰੀਜ਼ੋਨਾ ਵਾਲੀ ਜਿਹੜੀ ਸੈਨੇਟਰ ਆ ਸਿਨੇਮਾ ਉਹ ਸਾਰਾ ਰਿਪਬਲਿਕਨ ਏਰੀਆ, ਸੋ ਉਹ ਵੀ ਬੜੀ ਐਨ ਬਾਰਡਰ ਲਾਈਨ ਤੇ ਹੀ ਆ। ਸੋ ਉਹ ਵੀ ਆਪਣੀ ਜਿਹੜੀ ਜੌਬ ਆ ਲੂਜ਼ ਨਹੀਂ ਕਰਨਾ ਚਾਹੁੰਦੀ। ਪਰ ਜਿਸ ਹਿਸਾਬ ਨਾਲ ਕੱਲ ਜੋ ਮੈਂਸ਼ਨ ਹੋਣਾ ਨੇ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਤਾਂ ਹੈਂਡ ਗ੍ਰਨੇਡ ਹੀ ਸਿੱਟਿਆ ਗਲਾਸਗੋ ਮੀਟਿੰਗ ਤੋਂ ਪਹਿਲਾਂ। ਇਹ ਜਿਹੜੇ ਡਾਇਰੈਕਟਰ ਆ ਅਰਥ ਸਿਸਟਮ ਸਾਇੰਸ ਸੈਂਟਰ ਦੇ ਪੈਨ ਸਟੇਟ ਯੂਨੀਵਰਸਿਟੀ 'ਚ ਵੀ ਕਲੀਨ એનર્ਜੀ ਨੂੰ ਲੈ ਕੇ ਜਿਹੜਾ ਆ ਉਹ ਕਹਿੰਦੇ ਆ ਵੀ ਇਸ ਦੇ ਵਿੱਚ ਕਲੀਨ ਇਲੈਕਟ੍ਰੀਸਿਟੀ ਪਰਫਾਰਮੈਂਸ ਪ੍ਰੋਗਰਾਮ ਜਿਹੜਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਬਜਟ ਦੇ ਵਿੱਚ ਉਸ ਨੂੰ ਕੱਟ ਕੀਤਾ ਜਾਵੇ। ਤੇ ਇਹ ਸੈਨੇਟਰ ਜੋ ਮੈਂਸ਼ਨ ਹੁਣੀ ਕਿਹਾ, ਤੇ ਜੇ ਕਹਿੰਦੇ ਉਹ ਕੱਟ ਹੁੰਦਾ ਆ ਤੇ ਉਹਦੇ ਨਾਲ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਇੱਕ ਟੀਚਾ ਹੈਗਾ ਆ ਵੀ 50% ਅਸੀਂ ਜਿਹੜੀ ਕਾਰਬਨ ਐਮਿਸ਼ਨਸ ਆ ਉਹ ਸਨ 2030 ਤੱਕ ਜਿਹੜੀ ਰਿਡਿਊਸ ਕਰਨੀ ਆ। ਪਰ ਜੇ ਉਹਦੇ ਵਿੱਚ ਕੱਟ ਹੋ ਜਾਂਦਾ ਤੇ ਉਹ ਰਿਡਿਊਸ ਨਹੀਂ ਹੋਊਗੀ। ਸੋ ਇਹ ਟਾਈਮਿੰਗ ਵੀ ਬੜੀ ਗਲਤ ਆ। ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ UN ਦੀ ਜਿਹੜੀ ਕਲਾਈਮੇਟ ਸਮਿਟ ਹੋ ਰਿਹਾ ਗਲਾਸਗੋ ਦੇ ਵਿੱਚ ਉਹਨੂੰ ਐਡਰੈਸ ਕਰਨ ਜਾ ਰਿਹਾ ਆ। ਸੋ ਜੇ ਇਸ ਦੇ ਉੱਤੇ ਜਿਹੜੀ ਚੇਂਜਸ ਆਉਂਦੀਆਂ ਆ ਤੇ ਕਿਉਂਕਿ ਅਮਰੀਕਾ ਜਿਹੜੀ ਆ ਦੁਨੀਆ ਦੀ ਸਭ ਤੋਂ ਵੱਡੀ ਇਕੋਨਮੀ ਆ ਤੇ ਬਿਗੇਸਟ ਜਿਹੜਾ ਕੰਟਰੀਬਿਊਟਰ ਹੈਗਾ ਆ ਕਲਾਈਮੇਟ ਚੇਂਜ ਦੇ ਲਈ, ਤੇ ਜੇ ਇਹਦੇ 'ਚ ਚੇਂਜਸ ਆਉਂਦੀਆਂ ਤੇ ਇਹਦਾ ਜਿਹੜਾ ਆ ਜੋ ਬਾਈਡਨ ਹੋਣਾ ਦੀ ਜਿਹੜੀ ਸਰਕਾਰ ਆ ਉਹਦੇ ਉੱਤੇ ਜਿਹੜਾ ਕਾਫੀ ਬੈਡ ਅਸਰ ਪੈਂਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ। ਜੀ, ਬਿਲਕੁਲ। ਵੈਸਟ ਵਰਜੀਨੀਆ ਦੱਸਦੇ ਜਾਈਏ, ਉੱਥੇ ਕੋਲ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਜੋਬਸ ਜਿਹੜੀਆਂ ਆ ਉਹ ਹੈਗੀਆਂ ਨੇ। ਸੋ ਕਾਮੇ ਬਹੁਤ ਨੇ ਜਿਹੜੇ ਕੋਲ ਇੰਡਸਟਰੀ ਦੇ ਨਾਲ ਜੁੜੇ ਹੋਏ। ਸੋ ਇਸੇ ਕਰਕੇ ਜੋ ਮੈਂਸ਼ਨ ਵੀ ਇਸ ਦੇ ਵਿੱਚ ਕਲਾਈਮੇਟ ਵਾਲੇ ਮੁੱਦੇ ਨੂੰ ਲੈ ਕੇ ਉਹ ਬਿਲਕੁਲ ਵੀ ਸਾਥ ਜਿਹੜਾ ਉਹ ਨਹੀਂ ਦੇਣਾ ਚਾਹੁੰਦੇ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜੇ ਉਹ ਕਿਉਂਕਿ ਇਵੈਂਚੁਅਲੀ ਫਿਰ ਜੋਬਸ ਜਿਹੜੀਆਂ ਉਹ ਕੋਲ ਵਾਲੀਆਂ ਬੰਦ ਹੋਣਗੀਆਂ, ਪਰ ਨਵੀਆਂ ਜੋਬਸ ਵੀ ਜਿਹੜੀਆਂ ਓਬਵੀਅਸਲੀ ਕ੍ਰੀਏਟ ਹੋਣਗੀਆਂ ਜਦੋਂ ਕੋਈ ਨਵੀਂ ਇੰਡਸਟਰੀ ਜਿਹੜੀ ਉਹ ਆਉਂਦੀ ਹੈਗੀ ਆ। ਇਹ ਤਾਂ ਹੁਣ ਜੇ ਤੁਸੀਂ ਮੁੜ ਤੋਂ ਦੇਖਦੇ ਆਓ, ਪਹਿਲਾਂ ਸਾਰੀ ਅਸੈਂਬਲੀ ਲਾਈਨ ਬੰਦਿਆਂ ਦੀ ਲੋਕਾਂ ਦੀ ਹੁੰਦੀ ਸੀ। ਹੁਣ ਉਸ ਦੇ ਵਿੱਚ ਮਸ਼ੀਨਾਂ ਜਿਹੜੀਆਂ ਉਹ ਆ ਗਈਆਂ, ਉਹ ਵੀ ਜੋਬਾਂ ਜਿਹੜੀਆਂ ਉਹ ਘਟੀਆਂ। ਸੋ ਇਹ ਉਤਾਰ ਚੜਾਵ ਤਾਂ ਜਿਹੜੇ ਉਹ ਚੱਲਦੇ ਰਹਿਣੇ ਆ। ਇਵੈਂਚੁਅਲੀ ਜਿੱਥੇ ਕੰਪਨੀਆਂ ਨੂੰ ਫਾਇਦਾ ਜਿਹੜਾ ਉਹ ਜ਼ਿਆਦਾ ਹੈ, ਉਹਨਾਂ ਨੇ ਉਸ ਪਾਸੇ ਵੱਲ ਨੂੰ ਜਿਹੜਾ ਉਹ ਵਧਣਾ ਹੀ ਵਧਣਾ ਹੈਗਾ ਆ। ਸੋ ਹੁਣ ਅਗਲੀ ਇੱਕ ਹਿਸਾਬ ਦੇ ਨਾਲ ਲੜਾਈ ਜਿਹੜੀ ਹਰਜੋਤ ਸਿੰਘ ਜੀ ਜਿੱਦਾਂ ਅੱਗੇ ਤੇਲ ਨੂੰ ਲੈ ਕੇ ਸੀ, ਉਹ ਲਿਥੀਅਮ ਨੂੰ ਲੈ ਕੇ ਹੋਊਗੀ, ਜਿਹਦੀ ਨਾਲ ਬੈਟਰੀ ਜਿਹੜੀ ਉਹ ਬਣਦੀ ਹੈਗੀ ਆ। ਤੇ ਆਲਰੇਡੀ ਮਾਰੋ ਮਾਰ ਸਿਲੀਕੌਨ ਨੂੰ ਲੈ ਕੇ ਹੋਈ ਪਈ ਆ ਵੀ ਚਿਪਸ ਜਿਹੜੀਆਂ ਉਹ ਬਣਨ ਦੀ ਜਿਹੜੀ ਸ਼ਾਰਟੇਜ ਇੰਨੀ ਜ਼ਿਆਦਾ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਲੈਟਸ ਸੀ ਕੀ ਬਣਦਾ ਹੈਗਾ ਆ। ਮਸਲੇ ਬਹੁਤ ਜ਼ਿਆਦਾ ਨੇ, ਗੰਭੀਰ ਨੇ ਮਸਲੇ। ਹੱਲ ਜਿਹੜਾ ਆ ਹਾਲ ਦੀ ਘੜੀ ਨਜ਼ਦੀਕ ਦੂਰ ਨੇੜੇ ਜਿਹੜਾ ਉਹ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਹੈਗਾ। ਜੀ। ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਚਾਈਨਾ ਨੇ ਇੱਕ ਹਾਈਪਰਸੋਨਿਕ ਵੈਪਨ ਟੈਸਟ ਜਿਹੜਾ ਆ ਉਹ ਕੀਤਾ ਹੈਗਾ ਆ। ਸੋ ਕਹਿੰਦੇ ਵੀ ਹੁਣ ਇਹ ਕਿਆਸ ਰਹੀਆਂ ਹੈਗੀਆਂ ਵੀ ਇਹ ਜਿਹੜੀ ਹਾਈਪਰਸੋਨਿਕ ਜਿਹੜਾ ਵੈਪਨ ਆ, ਇਸ ਦੇ ਵਿੱਚ ਨਿਊਕਲੀਅਰ ਅਸਲਾ ਲੈ ਕੇ ਜਾਣ ਦੀ क्षमता ਵੀ ਜਿਹੜੀ ਉਹ ਦੱਸੀ ਜਾਂਦੀ ਹੈਗੀ ਆ। ਸੋ ਇੱਕ ਰਿਟਾਇਰਡ ਮਰੀਨ ਕਰਨਲ ਉਹਨਾਂ ਨੇ ABC ਨਿਊਜ਼ ਨੂੰ ਦੱਸਿਆ, ਕਹਿੰਦੇ ਵੀ USA ਦੇ ਕੋਲ ਹਾਲ ਦੀ ਘੜੀ ਇਸ ਵੈਪਨ ਨੂੰ ਟਰੈਕ ਕਰਨ ਦੀ ਕੋਈ ਵੀ ਐਬਿਲਿਟੀ क्षमता ਨਹੀਂ ਹੈਗੀ। ਕਹਿੰਦੇ ਡਿਫੀਟ ਕਰਨਾ ਤਾਂ ਦੂਰ ਦੀ ਜਿਹੜੀ ਉਹ ਗੱਲ ਹੈਗੀ ਆ। ਚਾਈਨਾ ਦੀ ਫੋਰਨ ਮਿਨਿਸਟਰੀ ਆ, ਉਹਨਾਂ ਨੇ ਇਸ ਰਿਪੋਰਟ ਦਾ ਖੰਡਨ ਕੀਤਾ ਆ ਵੀ ਅਜਿਹਾ ਕੋਈ ਨਿਊਕਲੀਅਰ ਕੇਪੇਬਲ ਹਾਈਪਰਸੋਨਿਕ ਮਿਜ਼ਾਈਲ ਆ, ਉਸ ਦਾ ਜਿਹੜਾ ਉਹ ਟੈਸਟ ਕੀਤਾ ਗਿਆ ਆ। ਪਰ ਉਹਨਾਂ ਨੇ ਇਹ ਕਿਹਾ ਵੀ ਅਸੀਂ ਇੱਕ ਰੂਟੀਨ ਟੈਸਟ ਕੀਤਾ ਆ ਰੀਯੂਜ਼ੇਬਲ ਸਪੇਸ ਵਹੀਕਲ ਦਾ, ਤੇ ਆਪਾਂ ਨੂੰ ਚਾਈਨਾ ਤੋਂ ਕੋਈ ਬਹੁਤੇ ਸੱਚ ਦੀ ਜਿਹੜੀ ਉਮੀਦ ਆ ਉਹ
ਨਹੀਂ ਜਿਹੜੀ ਉਹ ਰੱਖਣੀ ਚਾਹੀਦੀ ਵੀ ਉਹ ਹਮੇਸ਼ਾ ਜਿਹੜਾ ਉਹ ਸੱਚ ਹੀ ਦੱਸਣਗੇ। ਇੱਕ ਨਿਊਜ਼ਪੇਪਰ ਨੇ ਜਿਹੜਾ ਕਹਿੰਦੇ ਵੀ ਉਹ ਕਿਹਾ ਵੀ 5 ਜਿਹੜੇ ਅਮਰੀਕੀ ਅਧਿਕਾਰੀ ਆ ਉਹਨਾਂ ਨੇ ਇਹ ਦੱਸਿਆ ਆ ਵੀ ਚਾਈਨਾ ਦੇ ਦੁਆਰਾ ਲੌਂਗ ਰੇਂਜ ਰੌਕਟ ਜਿਹੜਾ ਆ ਹਾਈਪਰਸੋਨਿਕ ਗਲਾਈਡ ਵਹੀਕਲ ਜਿਹੜਾ ਆ ਉਹ ਲਾਂਚ ਕੀਤਾ ਗਿਆ, ਡਿਪਲੋਏ ਕੀਤਾ ਗਿਆ ਸੀਗਾ, ਜਿਹੜਾ ਅਰਥ ਦੇ ਵਿੱਚ ਹੇਠਲੀ ਲੋ ਆਰਬਿਟ ਆ ਉਸ ਦੇ ਵਿੱਚ ਸਰਕਲ ਜਿਹੜਾ ਉਹ ਕਰ ਸਕਦਾ ਆ ਤੇ ਮੁੜ ਕੇ ਦੁਬਾਰਾ ਉੱਥੇ ਅਟੈਕ ਕਰਕੇ ਜਿੱਥੋਂ ਤੁਰਿਆ ਸੀ ਉੱਥੇ ਵਾਪਸ ਜਿਹੜਾ ਉਹ ਜਾ ਸਕਦਾ ਹੈਗਾ ਆ। ਤੇ ਇਹ ਕਹਿੰਦੇ ਵੀ ਅਜਿਹੀਆਂ 2 ਅਜਿਹੇ ਜਿਹੜੇ ਇਹਨਾਂ ਦੇ ਕੋਲ ਇਹਨਾਂ ਨੇ ਉਹ ਕੀਤਾ ਹੈ। ਸੋ ਇਹ ਡਿਵੈਲਪਮੈਂਟ ਕਾਫੀ ਇੱਕ ਘਾਤਕ ਜਿਹੜੀ ਆ ਉਹ ਸਾਬਤ ਹੋ ਸਕਦੀ ਆ। ਹੁਣ ਬਾਈਡਨ ਪ੍ਰਸ਼ਾਸਨ ਦੀ ਇਸ ਦੇ ਉੱਤੇ ਕੋਈ ਬਹੁਤੀ ਜਿਹੜੀ ਟਿੱਪਣੀ ਆ ਉਹ ਨਹੀਂ ਆਈ। ਜੈਨ ਸਾਕੀ ਨੂੰ ਕਹਿੰਦੇ ਜਦ ਇਸ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕੋਈ ਬਹੁਤਾ ਉਸਦਾ ਜਵਾਬ ਨਹੀਂ ਦਿੱਤਾ। ਜਿਹੜੇ ਪ੍ਰੈਸ ਹੈਗੇ ਨੇ ਸੈਕਰੇਟਰੀ ਇਨਫੈਕਟ ਕਹਿੰਦੇ ਵੀ ਬਾਈਡਨ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਦੁਆਰਾ ਇਹ ਆਖਿਆ ਗਿਆ ਆ ਵੀ ਵੀ ਲਾਈਕ ਸਟਿਫ ਕੰਪੀਟੀਸ਼ਨ। ਸੋ ਹੁਣ ਜਿਸ ਦੇ ਬਾਰੇ ਇਹਨਾਂ ਨੂੰ ਹੁਣ ਪਤਾ ਨਹੀਂ, ਚੀਨ ਦੇ ਕੋਲ ਅਜਿਹੀ ਜਿਹੜੀ ਉਹ ਸ਼ਮਤਾ ਆ ਗਈ ਆ, ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਜਿਹੜਾ ਮਿਲਟਰੀ ਪੱਧਰ ਦੇ ਉੱਤੇ ਜਿਹੜਾ ਉਹ ਜ਼ਰੂਰ ਹੋਵੇਗਾ। ਜੀ। ਅਗਲੀ ਖਬਰ ਜਿਹੜੀ ਆ ਕਹਿੰਦੇ ਭਈ ਹਾਊਸ ਦੇ ਵਿੱਚ 2 ਡੈਮੋਕ੍ਰੇਟ ਜਿਹੜੇ ਕਾਂਗਰਸਮੈਨ ਆ ਉਹਨਾਂ ਨੇ ਅੱਜ ਅਨਾਉਂਸ ਕੀਤਾ ਸੀ ਵੀ ਉਹ ਰਿਟਾਇਰ ਹੋਣ ਜਾ ਰਹੇ ਆ। ਇਹਦੇ ਸੰਬੰਧ ਦੇ ਵਿੱਚ ਹਾਊਸ ਜੀਓਪੀ ਦੇ ਜਿਹੜੇ ਲੀਡਰ ਆ ਕੈਵਿਨ ਮੈਕਾਰਥੀ ਉਹਨਾਂ ਨੇ ਪ੍ਰੈਡਿਕਸ਼ਨ ਕੀਤੀ ਆ, ਕਹਿੰਦੇ ਵੀ ਹੋਰ ਵੀ ਕਈ ਜਿਹੜੇ ਕਾਂਗਰਸਮੈਨ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਮਹੀਨਿਆਂ 'ਚ ਰਿਟਾਇਰਮੈਂਟ ਅਨਾਉਂਸ ਕਰਨਗੇ। ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਡੇਵਿਡ ਪ੍ਰਾਈਸ ਨਾਰਥ ਕੈਰੋਲੀਨਾ ਤੋਂ ਤੇ ਮਾਈਕ ਡੋਇਲ ਜਿਹੜੇ ਹੈਗੇ ਆ ਪੈਂਸਿਲਵੇਨੀਆ ਤੋਂ, ਉਹਨਾਂ ਨੇ ਕੱਲ੍ਹ ਜਿਹੜਾ ਅਨਾਉਂਸ ਕੀਤਾ ਸੀ ਵੀ ਉਹ ਆਪਣੀ ਨਵੀਂ ਇਲੈਕਸ਼ਨ 2022 'ਚ ਨਹੀਂ ਦੇਖਣਗੇ। ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਕਹਿੰਦੇ ਵੀ 5 ਜਿਹੜੀਆਂ ਸੀਟਾਂ ਚਾਹੀਦੀਆਂ ਆ ਜਿਹੜੀ ਆ ਕਾਂਗਰਸ ਦੇ ਵਿੱਚ ਮੈਜੋਰਟੀ ਬਣਾਉਣ ਦੇ ਲਈ, ਤੇ 7 ਦੇ ਕਰੀਬ ਜਿਹੜੀਆਂ ਪੋਜੀਸ਼ਨਸ ਆ ਬੜੀਆਂ ਐਨ ਬਾਰਡਰ ਦੇ ਉੱਤੇ ਹੈਗੀਆਂ। ਜੇ ਕਹਿੰਦੇ ਭਈ ਓਵਰਆਲ ਹਿਸਟਰੀ ਦੇਖੀ ਜਾਵੇ, ਜਦੋਂ ਵਾਈਟ ਹਾਊਸ ਦੇ ਵਿੱਚ ਇੱਕ ਪਾਰਟੀ ਦਾ ਜਿਹੜਾ ਕੰਟਰੋਲ ਹੁੰਦਾ ਆ, ਉਹ ਜਿਹੜੀ ਮਿਡ ਟਰਮ ਦੇ ਇਲੈਕਸ਼ਨ ਹੁੰਦੀ ਆ ਉਹਦੇ ਵਿੱਚ ਉਹ ਆਪਣੇ ਜਿਹੜੇ ਆ ਕਾਂਗਰਸ ਦੇ ਵਿੱਚ ਸੀਟਸ ਲੂਜ਼ ਕਰ ਜਾਂਦੀਆਂ ਹੈਗੀਆਂ ਆ। ਸੋ ਹੁਣ ਇਹ ਦੇਖੋ ਵੀ ਹਿਸਟਰੀ ਰਿਪੀਟ ਹੋਊਗੀ ਜਾਂ ਸੇਮ ਰਹੂਗੀ, ਪਰ ਸਿਚੁਏਸ਼ਨ ਜਿਹੜੀ ਆ 2-3 ਚੀਜ਼ਾਂ ਨੂੰ ਲੈ ਕੇ ਖਾਸ ਕਰਕੇ ਇਕੋਨਮੀ ਨੂੰ ਤੇ ਜਿਹੜੇ ਸਪਲਾਈ ਐਂਡ ਡਿਮਾਂਡ ਸਮਾਨ ਦੀ ਪ੍ਰਾਈਸਿਸ ਦੀ ਜਿਹੜੀ ਆ ਉਹ ਕਾਫੀ ਜ਼ਿਆਦਾ ਜਿਹੜਾ ਅਸਰ ਆ ਉਹ ਕਰ ਰਹੀ ਹੈਗੀ ਆ ਡੈਮੋਕ੍ਰੈਟਿਕ ਪਾਰਟੀ ਦੇ ਉੱਤੇ। ਜੀ। ਅਗਲੀ ਜਿਹੜੀ ਗੱਲ ਕਰਦੀ ਹੈ ਹੇਤੀ ਦੇ ਵਿੱਚ ਜਿਹੜੇ ਅਮਰੀਕੀ ਤੇ ਕੈਨੇਡੀਅਨ ਮਿਸ਼ਨਰੀਜ਼ ਨੂੰ ਅਗਵਾ ਕਰਕੇ ਰੱਖਿਆ ਹੋਇਆ ਆ, ਉਹਨਾਂ ਦੇ ਅਗਵਾਕਰਤਾ ਨੇ $17 ਮਿਲੀਅਨ ਦੀ ਜਿਹੜੀ ਆ ਉਹ ਮੰਗ ਕੀਤੀ ਆ ਫਰੌਤੀ ਦੀ। ਜਿਹੜੀ ਹੇਤੀ ਦੇ ਗੈਂਗ ਆ ਜਿਸਨੇ ਇਹਨਾਂ ਨੂੰ ਅਗਵਾ ਕੀਤਾ ਸੀਗਾ। ਸੋ ਕਹਿੰਦੇ ਵੀ ਜਿਹੜੇ ਲੋਕ ਆ ਉਹਨਾਂ ਵਿੱਚ 16 ਜਿਹੜੇ ਅਮਰੀਕੀ ਆ ਤੇ 1 ਕੈਨੇਡੀਅਨ ਜਿਹੜਾ ਉਹ ਸੀਗਾ ਜਿਸ ਨੂੰ ਇਹਨਾਂ ਨੇ ਕਿਡਨੈਪ ਕੀਤਾ ਆ। 400 ਮਾਵੋਜ਼ੋ ਗੈਂਗ ਜਿਹੜਾ ਉੱਥੇ ਦਾ ਕਹਿੰਦੇ ਕਾਫੀ ਸ਼ਕਤੀਸ਼ਾਲੀ ਇੱਕ ਗਰੁੱਪ ਹੈਗਾ ਆ, ਗੈਂਗ ਹੈਗਾ ਜਿਨ੍ਹਾਂ ਨੇ ਇਹਨਾਂ ਨੂੰ ਕੀਤਾ। ਉੱਥੇ ਇੱਕ ਔਰਫਨੇਜ ਦੇ ਵਿੱਚ ਗਏ ਸੀਗੇ, ਅਨਾਥ ਆਸ਼ਰਮ ਦੇ ਵਿੱਚ ਜਿਹੜੇ ਉਹ ਗਏ ਸੀਗੇ ਤੇ ਇਹ ਜਿਹੜੇ ਮਿਸ਼ਨਰੀ ਆ ਤੇ ਹੁਣ ਕਹਿੰਦੇ ਆ ਵੀ ਇੱਥੇ ਅਬਡਕਸ਼ਨ ਜਿਹੜੀ ਹੋਈ ਆ ਉਹ ਉੱਥੇ ਆਲਰੇਡੀ ਬਹੁਤ ਜ਼ਿਆਦੀਆਂ ਕਿਡਨੈਪਿੰਗਸ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ। ਉੱਥੋਂ ਦੇ ਜਿਹੜੇ ਹਰਜੋਤ ਸਿੰਘ ਜੀ ਕੁਝ ਸਮਾਂ ਪਹਿਲਾਂ ਹੀ ਰਾਸ਼ਟਰਪਤੀ ਨੂੰ ਜਿਹੜਾ ਆ ਉਹ ਅਸੈਸੀਨੇਟ ਕਰ ਦਿੱਤਾ ਗਿਆ ਸੀ, ਮਾਰ ਦਿੱਤਾ ਗਿਆ ਸੀ। ਪੋਲੀਟੀਕਲ ਇਨਸਟੇਬਿਲਿਟੀ ਬਹੁਤ ਆ, ਸਿਵਲ ਅਨਰੈਸਟ ਜਿਹੜੀ ਆ ਉੱਥੇ ਹੈਗੀ ਆ, ਹੈਲਥ ਕੇਅਰ ਤੇ ਜਿਹੜੀ ਗਰੀਬੀ ਦੇ ਨਾਲ ਬੁਰੀ ਤਰ੍ਹਾਂ ਜਿਹੜਾ ਉਹ ਜੂਝ ਰਿਹਾ ਇਹ ਮੁਲਕ ਹੈਗਾ ਆ। ਤੇ ਇਹ ਓਹਾਇਓ ਬੇਸਡ ਕ੍ਰਿਸਚੀਅਨ ਏਡ ਮਿਨਿਸਟਰੀਜ਼ ਦੇ ਨਾਲ ਇਹ ਮਿਸ਼ਨਰੀ ਸੰਬੰਧਿਤ ਸੀਗੇ ਜਿਹੜੇ ਉੱਥੇ ਮਦਦ ਕਰਨ ਦੇ ਲਈ ਗਏ ਸੀਗੇ। 5 ਬੰਦੇ, 7 ਔਰਤਾਂ ਤੇ 5 ਬੱਚੇ ਜਿਹੜੇ ਆ ਇਹ ਇਸ ਦੇ ਵਿੱਚ ਸ਼ਾਮਲ ਸੀਗੇ ਤੇ ਇਹਨਾਂ ਨੂੰ ਹੁਣ ਅਬਡਕਟ ਕੀਤਾ ਗਿਆ ਤੇ ਉਸ ਗਰੁੱਪ ਦੇ ਦੁਆਰਾ $17 ਮਿਲੀਅਨ ਦੀ ਫਰੌਤੀ ਦੀ ਮੰਗ ਜਿਹੜੀ ਆ ਉਹ ਹੁਣ ਰੱਖੀ ਗਈ ਹੈਗੀ ਆ। ਜੀ। ਅਗਲੀ ਖਬਰ ਇਜ਼ਰਾਈਲ ਤੋਂ ਆ ਰਹੀ ਆ, ਜਿੱਥੇ ਸਕੂਬਾ ਡਾਈਵਰਸ ਨੇ ਇੱਕ 900 ਸਾਲ ਪੁਰਾਣੀ ਜਿਹੜੀ ਆ ਤਲਵਾਰ ਆ ਉਹ ਲੱਭੀ ਹੈਗੀ ਆ। ਬਿਲਕੁਲ ਜਿਹੜਾ ਸਮੁੰਦਰ ਆ ਉਹਦੇ ਬਾਟਮ ਦੇ ਉੱਤੇ ਜਿਹੜੀ ਇਹ ਕਹਿੰਦੇ ਪਈ ਸੀ। 900 ਸਾਲ ਪੁਰਾਣੀ ਆ, 3 ਫੁੱਟ ਲੰਬੀ ਤਲਵਾਰ ਜਿਹੜੀ ਆ
ਉਹਦੇ ਵਿੱਚ ਕਹਿੰਦੇ ਵੀ ਕਈ ਤਰ੍ਹਾਂ ਦੇ ਜਿਹੜੇ ਆ ਡਾਇਮੰਡ ਟਾਈਪ ਜਿਹੜੇ ਹੈਗੇ ਆ ਪੱਥਰ ਉਹ ਵੀ ਜਿਹੜੇ ਆ ਜੁੜੇ ਹੋਏ ਆ। 656 ਫੁੱਟ ਡੂੰਘਾ ਜਿਹੜਾ ਸਮੁੰਦਰ ਆ ਉੱਥੋਂ ਸਕੂਬਾ ਡਾਈਵਰ ਨੇ ਇਹ ਲੱਭੀ ਆ, ਤੇ ਇਸ ਨੇ ਕੋਬੀ ਸ਼ਰਵਤ ਜਿਹੜੇ ਡਾਇਰੈਕਟਰ ਹੈਗੇ ਆ IAA ਦੇ ਮੈਰੀਨ ਆਰਕੀਓਲੋਜੀ ਯੂਨਿਟ ਦੇ, ਉਹਨਾਂ ਨੂੰ ਇਹ ਜਿਹੜੀ ਸੌਂਪ ਦਿੱਤੀ ਆ। ਕਹਿੰਦੇ ਵੀ ਇਹ 1096 ਜਿਹੜਾ ਈਅਰ ਆ 13 ਸੈਂਚੁਰੀ ਦਾ ਕਰੂਸੇਡਰਸ ਦੀ ਕਹਿੰਦੇ ਵੀ ਇਹ ਤਲਵਾਰ ਹੋ ਸਕਦੀ ਹੈ। ਜੀ, ਜੀ। ਸੋ ਇਹ ਕਰੂਸੇਡਰਸ ਕ੍ਰਿਸਚਨ ਜਿਹੜੇ ਕਰੂਸੇਡਰ ਸੀਗੇ, ਇਹ ਮਾਰਦੇ ਸੀਗੇ ਜੀ ਬਹੁਤ ਕਤਲੋਗਾਰਤ ਇਹਨਾਂ ਨੇ ਵੀ ਜਿਹੜੀ ਆ ਮਿਡੀਵੀਅਲ ਪੀਰੀਅਡ ਦੇ ਵਿੱਚ ਉਸ ਟਾਈਮ ਦੇ ਉੱਤੇ ਕੀਤੀ ਸੀਗੀ। 1095 ਤੋਂ 1291 ਸੰਨ ਦੇ ਦੌਰਾਨ ਇਹ ਕਾਫੀ ਜ਼ਿਆਦਾ ਐਕਟਿਵ ਜਿਹੜੇ ਆ ਉਹ ਰਹੇ ਸੀ। ਚਾਈਨਾ ਦੀ ਜਿਹੜੀ ਹਾਈਪਰਸੋਨਿਕ ਮਿਜ਼ਾਈਲ ਦੀ ਟੈਸਟਿੰਗ ਦੀ ਖਬਰ ਤੋਂ ਬਾਅਦ ਦੇ ਵਿੱਚ ਨਾਰਥ ਕੋਰੀਆ ਨੇ ਇਸ ਸਾਲ ਦੇ ਵਿੱਚ ਆਪਣੀ 8ਵੀਂ ਜਿਹੜੀ ਆ ਬਲਾਸਟਿਕ ਮਿਜ਼ਾਈਲ ਆ ਉਸ ਦਾ ਟੈਸਟ ਕਹਿੰਦੇ ਆ ਵੀ ਉਹ ਕੀਤਾ ਆ। ਇਹ ਜਿਹੜਾ ਉਹ ਸੋਚਿਆ ਜਾ ਰਿਹਾ ਹੈਗਾ ਆ ਵੀ ਇਹ ਇਹਨਾਂ ਦਾ ਇੱਕ ਬਲਾਸਟਿਕ ਮਿਜ਼ਾਈਲ ਆ, ਦੁਬਾਰਾ ਇਹਨਾਂ ਨੇ ਟੈਸਟ ਕੀਤੀ ਹੈਗੀ ਆ। ਸੋ ਕਹਿੰਦੇ ਵੀ ਪਣਡੁੱਬੀ ਦੇ ਜ਼ਰੀਏ ਜਿਹੜਾ ਆ ਇਹ ਮਿਜ਼ਾਈਲ ਟੈਸਟ ਆ ਇਹਨਾਂ ਨੇ ਅੱਜ ਮੰਗਲਵਾਰ ਨੂੰ ਕੀਤਾ ਹੋਇਆ ਹੋ ਸਕਦਾ ਹੈਗਾ ਆ। ਸੋ ਉਹਨਾਂ ਦੇ ਜਿਹੜੇ ਗਵਾਂਢੀ ਮੁਲਕ ਨਜ਼ਦੀਕ ਇੱਕ ਤਾਂ ਜਿਹੜਾ ਸਾਊਥ ਕੋਰੀਆ ਤੇ ਨਾਲ ਜਿਹੜਾ ਜਾਪਾਨ ਆ, ਉਹਨਾਂ ਨੂੰ ਇਹ ਹਮੇਸ਼ਾ ਅੱਖਾਂ ਜਿਹੜੀਆਂ ਉਹ ਦਿਖਾਉਂਦੇ ਰਹਿੰਦੇ ਆ। ਨਵੇਂ ਆਏ ਅਮਰੀਕਾ ਦੇ ਵਿੱਚ ਪ੍ਰਸ਼ਾਸਨ, ਬਾਈਡਨ ਪ੍ਰਸ਼ਾਸਨ ਤੋਂ ਬਾਅਦ ਦੇ ਵਿੱਚ ਨਾਰਥ ਕੋਰੀਆ ਨੇ ਵੀ ਹੁਣ ਅੱਖਾਂ ਦਿਖਾਉਣੀਆਂ ਜਿਹੜੀਆਂ ਉਹ ਤੇਜ਼ ਕੀਤੀਆਂ ਹੈਗੀਆਂ ਆ। ਤੇ ਕਹਿੰਦੇ ਵੀ ਇਹ ਅਨਆਇਡੈਂਟੀਫਾਈਡ ਜਿਹੜਾ ਬਲਾਸਟਿਕ ਮਿਜ਼ਾਈਲ ਆ ਇਹ ਲਾਂਚ ਕੀਤਾ ਗਿਆ ਸੀ ਪਣਡੁੱਬੀ ਤੋਂ। 370 ਮੀਲ ਦੀ ਜਿਹੜਾ ਇਸਨੇ ਪੂਰੀ ਉਡਾਨ ਜਿਹੜੀ ਉਹ ਰਹੀ, 37 ਮੀਲ ਉੱਤੇ ਹਵਾ ਦੇ ਵਿੱਚ ਜਿਹੜਾ ਉਚਾਈ ਦੇ ਉੱਤੇ ਜਿਹੜਾ ਉਹ ਗਿਆ ਸੀ। ਸਾਊਥ ਕੋਰੀਆ ਦੀ ਮਿਲਟਰੀ ਨੇ ਇਹ ਜਿਹੜਾ ਹੁਣ ਦਾਅਵਾ ਕੀਤਾ ਆ। ਮਿਨੀ SLBM ਜਿਹੜੀ ਆ ਕਹਿੰਦੇ ਵੀ ਨਵੀਂ ਇੱਕ ਨਾਰਥ ਕੋਰੀਆ ਦੀ ਮਿਜ਼ਾਈਲ ਆ, ਉਹ ਇਹ ਲੱਗਦੀ ਆ। ਉਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਪਿਛਲੇ ਹਫ਼ਤੇ ਹੀ ਉਹਨਾਂ ਨੇ ਜਦ ਉਹਨਾਂ ਦਾ ਆਰਮਜ਼ ਐਗਜ਼ੀਬਿਸ਼ਨ ਪਰੇਡ ਜਿਹੜੀ ਕੀਤੀ ਗਈ ਸੀ ਉਸ ਦੇ ਵਿੱਚ ਉਹਨਾਂ ਨੇ ਇਹ ਦਿਖਾਇਆ ਸੀ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕਹਿੰਦੇ ਵੀ ਜਿਹੜਾ ਮੀਂਹ ਆ, ਰੇਨ ਸਟੋਰਮ ਆ ਸਕਦਾ ਆ ਹੁਣ ਬੁੱਧਵਾਰ ਤੋਂ ਲੈ ਕੇ। ਇਹਦੇ ਨਾਲ ਬਹੁਤ ਜਗ੍ਹਾ ਦੇ ਉੱਤੇ ਜਿਹੜੀਆਂ ਅੱਗਾਂ ਲੱਗੀਆਂ ਸੀਆਂ ਉਹਨਾਂ ਨੂੰ ਵੀ ਫਾਇਦਾ ਹੋਊਗਾ। ਤੇ ਕਹਿੰਦੇ ਜਿਹੜੀ ਸਨੋ ਆ ਉਹ ਕਾਫੀ ਜ਼ਿਆਦਾ ਪਹਾੜੀਆਂ ਦੇ ਵਿੱਚ ਪੈ ਸਕਦੀ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਵੀ ਮੀਂਹ ਹੋਇਆ ਸੀ, ਲੇਕ ਤਾਹੋ ਏਰੀਏ ਦੇ ਵਿੱਚ ਕੁਛ ਇੰਚ ਜਿਹੜਾ ਮੀਂਹ ਪਿਆ ਆ, ਕਿਉਂਕਿ ਡਰਾਊਟ ਤੇ ਫਾਇਰਸ ਦੋ ਜਿਹੜੀਆਂ ਚੀਜ਼ਾਂ ਆ ਇਹ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਬਹੁਤ ਜਿਹੜਾ ਖਤਰਨਾਕ ਜਿਹੜਾ ਮਾਹੌਲ ਇਹਨਾਂ ਕਰਕੇ ਬਣਿਆ ਹੋਇਆ ਆ, ਖਾਸ ਕਰਕੇ ਫਾਰਮਰਸ ਦੇ ਲਈ। ਤੇ ਜਿਹੜੀਆਂ ਅੱਗਾਂ ਆ ਉਹਦੇ ਨਾਲ ਆਪਾਂ ਦੇਖੀਏ ਕਿਸ ਤਰ੍ਹਾਂ ਜਿਹੜੇ ਹਿਸਟੋਰੀਕਲ ਟਰੀਜ਼ ਹੈਗੇ ਆ, ਬਹੁਤ ਵੱਡੇ ਵੱਡੇ ਟਰੀ ਆ, ਉਹ ਵੀ ਸੜ ਕੇ ਸਵਾਹ ਹੋ ਗਿਆ, ਕੁਛ ਨੂੰ ਜਿਹੜਾ ਬਚਾਇਆ ਗਿਆ ਹੈਗਾ ਆ। ਕਹਿੰਦੇ ਵੀ ਕਾਫੀ ਫੁੱਟ ਜਿਹੜੀ ਸਨੋ ਆ ਉਹ ਵੀ ਪੈ ਸਕਦੀ ਹੈਗੀ ਆ ਸਦਰਨ ਕੈਲੀਫੋਰਨੀਆ ਦੇ ਏਰੀਏ ਦੇ ਵਿੱਚ। ਸੋ ਇਹ ਇੱਕ ਤਰ੍ਹਾਂ ਨਾਲ ਜੇ ਗੁੱਡ ਨਿਊਜ਼ ਹੋਊਗੀ ਕਿ ਜੇ ਲੇਕ ਤਾਹੋ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ 3 ਤੋਂ ਲੈ ਕੇ 4 ਇੰਚ ਤੱਕ ਜਿਹੜਾ ਮੀਂਹ ਪਿਆ ਹੈਗਾ, ਤੇ ਹੁਣ ਕਹਿੰਦੇ ਜਿਹੜੀ ਹਾਇਰ ਐਲੀਵੇਸ਼ਨਸ ਆ ਉੱਥੇ ਸਨੋ ਕਾਫੀ ਪਊਗੀ ਆਉਣ ਵਾਲੇ ਦਿਨਾਂ 'ਚ। ਸੋ ਇਹ ਗੁੱਡ ਜਿਹੜੀ ਇੱਕ ਨਿਊਜ਼ ਹੋਊਗੀ, ਕਿਉਂਕਿ ਬੇ ਏਰੀਏ ਤੋਂ ਲੈ ਕੇ ਸਨ ਮੈਕੀਨ ਕਾਉਂਟੀ, ਸੈਕਰਾਮੈਂਟੋ ਜਿਹੜਾ ਆ ਕਾਫੀ ਜ਼ਿਆਦਾ ਡਰਾਊਟ ਦਾ ਇੱਥੇ ਅਸਰ ਹੋਇਆ ਆ। ਤੇ ਬਹੁਤ ਸਾਰੇ ਏਰੀਏ ਦੇ ਵਿੱਚ ਜਿਹੜੀਆਂ ਅੱਗਾਂ ਵੀ ਲੱਗੀਆਂ ਸੀ, ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਉਹਦੇ ਨਾਲ ਨੁਕਸਾਨ ਹੋਇਆ। ਸੋ ਹੋਪਫੁਲੀ ਜਿਹੜੇ ਸਟੋਰਮ ਆ ਰਹੇ ਆ, ਕਹਿੰਦੇ ਇੱਕ ਨਹੀਂ ਇੱਕ ਤੋਂ ਵੱਧ ਜਿਹੜਾ ਸਟੋਰਮ ਆ ਰਿਹਾ ਮੀਂਹ ਦਾ, ਸੋ ਉਹ ਕੁਛ ਨਾ ਕੁਛ ਜਿਹੜਾ ਆ ਇਹਦੇ ਉੱਤੇ ਅਸਰ ਪਾਊਗਾ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਕਹਿੰਦੇ ਆ ਵੀ ਇਹ ਵਿਚਾਰ ਕਰ ਰਹੀ ਆ ਵੀ ਜਿਹੜੀ ਟੈਕਸਸ ਅਬੋਰਸ਼ਨ ਲਾ ਨੂੰ ਲੈ ਕੇ ਜਿਹੜੀ ਅਪੀਲ ਆ ਉਸ ਨੂੰ ਫਾਸਟ ਟਰੈਕ ਜਿਹੜਾ ਆ ਉਹ ਕਰ ਦੇਣ, ਯਾਨੀ ਕਿ ਜਲਦੀ ਉਸ ਦੇ ਉੱਤੇ ਸੁਣਵਾਈ ਜਿਹੜੀ ਉਹ ਲੈ ਸਕਦੇ ਨੇ। ਸੁਪਰੀਮ ਕੋਰਟ ਨੇ ਇਸ ਚੀਜ਼ ਨੂੰ ਜਿਹੜਾ ਉਹ ਮੰਨਿਆ ਅਬੋਰਸ਼ਨ ਰਾਈਟਸ ਜਿਹੜੇ ਐਕਟਿਵਿਸਟ ਐਡਵੋਕੇਟਸ ਜਿਹੜੇ ਉਹ ਹੈਗੇ ਨੇ ਵੀ ਇਸ ਨੂੰ ਜਲਦੀ ਜਿਹੜਾ ਚੈਲੰਜ ਆ ਉਸ ਦੇ ਉੱਤੇ ਜਿਹੜਾ ਉਹ ਲੈ ਲਿਆ ਜਾਵੇਗਾ। ਪਟੀਸ਼ਨਰਸ ਨੇ ਪਿਛਲੇ ਮਹੀਨੇ ਇਹ ਇੱਕ ਕਹਿੰਦੇ ਆ ਵੀ ਰਿਕੁਐਸਟ ਆ ਸੁਪਰੀਮ ਕੋਰਟ ਦੇ ਮੋਹਰੇ ਰੱਖੀ ਸੀ, ਜਿਸ ਦੇ ਜਿਹੜੇ ਫੈਸਲੇ ਆ ਲੋਅਰ ਕੋਰਟਸ ਦੇ ਵਿੱਚ
ਜਿਹੜੇ ਅਜੇ ਆਉਣੇ ਬਾਕੀ ਸੀਗੇ। ਸੋ ਹੁਣ ਜਿਹੜੇ ਕੋਰਟ ਆ ਉਹਨਾਂ ਨੇ ਰਿਸਪੋਂਡੈਂਟਸ ਜਿਹੜੇ ਹੈਗੇ ਇਸ ਕੇਸ ਦੇ ਵਿੱਚ ਉਹਨਾਂ ਨੂੰ ਕਿਹਾ ਆ ਵੀ ਦੁਪਹਿਰ ਤਾਈਂ ਜਿਹੜਾ ਰਿਸਪੌਂਸ ਆ ਉਹ ਵੀਰਵਾਰ ਦੁਪਹਿਰ ਤਾਈਂ ਜਿਹੜਾ ਰਿਸਪੌਂਸ ਆ ਇਸ ਬਾਬਤ ਜਿਹੜਾ ਉਹ ਘੱਲੋ ਤੇ ਫਿਰ ਸ਼ਾਇਦ ਇਸ ਨੂੰ ਫਾਸਟ ਟਰੈਕ ਜਿਹੜਾ ਆ ਉਹ ਕਰਕੇ ਉਹ ਆ ਜਾਵੇਗਾ। ਯੂਐਸ ਕੋਰਟ ਆਫ ਅਪੀਲਸ ਫਾਰ 5th ਸਰਕਿਟ ਆ ਉਸ ਦੇ ਵਿੱਚ ਕੇਸ ਆਲਰੇਡੀ ਜਿਹੜਾ ਉਹ ਪੈਂਡਿੰਗ ਕਹਿੰਦੇ ਆ ਚੱਲ ਰਿਹਾ ਹੈਗਾ ਆ ਤੇ ਦਸੰਬਰ ਤੋਂ ਪਹਿਲਾਂ ਕਹਿੰਦੇ ਵੀ ਉੱਥੇ ਆਰਗੂਮੈਂਟ ਜਿਹੜੇ ਆ ਉਹ ਹੋਣ ਦੀ ਸੰਭਾਵਨਾ ਇਸ ਕੇਸ ਦੇ ਵਿੱਚ ਅਜੇ ਨਹੀਂ ਲੱਗ ਰਹੀ ਹੈਗੀ। ਸੋ ਇਹ ਕਾਫੀ ਇੱਕ ਵੱਡਾ ਅਹਿਮ ਕੇਸ ਜਿਹੜਾ ਆ ਇਸ ਟਾਈਮ ਬਣ ਚੁੱਕਾ ਹੋਇਆ ਹੈਗਾ ਆ। ਇੱਕ ਹੋਰ ਅਬੋਰਸ਼ਨ ਦਾ ਜਿਹੜਾ ਕੇਸ ਉਸ ਦੇ ਉੱਤੇ ਵੀ ਸੁਣਵਾਈ ਇਸ ਟਰਮ ਦੇ ਵਿੱਚ ਸੁਪਰੀਮ ਕੋਰਟ ਦੇ ਦੁਆਰਾ ਜਿਹੜੀ ਉਹ ਕੀਤੀ ਜਾਣੀ ਹੈਗੀ। ਅਗਲੀ ਖਬਰ ਅਫਗਾਨਿਸਤਾਨ ਤੋਂ ਆ ਰਹੀ ਆ। ਇੰਟਰਨੈਸ਼ਨਲ ਮੋਨੀਟਰੀ ਫੰਡ ਜਿਹੜੇ ਆ ਉਹਨਾਂ ਨੇ ਅਨਾਉਂਸ ਕੀਤਾ ਹੈਗਾ ਆ ਵੀ ਜਦੋਂ ਤੋਂ ਹੀ ਤਾਲਿਬਾਨ ਨੇ ਟੇਕ ਓਵਰ ਕੀਤੀ ਆ ਇਕੋਨਮੀ ਤੇ ਇਹਦੇ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈਗਾ। ਕਹਿੰਦੇ ਵੀ 30% ਤੱਕ ਉੱਥੇ ਦੀ ਜਿਹੜੀ ਕਰੈਕਸ਼ਨ ਆ ਸ਼ਰਿੰਕ ਹੋ ਸਕਦੀ ਆ ਇਕੋਨਮੀ। ਇਹ ਬਹੁਤ ਵੱਡਾ ਨੰਬਰ ਹੈਗਾ ਜਿਹਦੇ ਨਾਲ ਭੁੱਖਮਰੀ ਉੱਥੇ ਬਹੁਤ ਜ਼ਿਆਦਾ ਹੋਊਗੀ। ਇਨਫਲੇਸ਼ਨ ਬਹੁਤ ਵਧੂਗੀ, ਚੀਜ਼ਾਂ ਦੀ ਕੀਮਤ ਜਿਹੜੀ ਆ ਬਹੁਤ ਜ਼ਿਆਦਾ ਵਧੂਗੀ। ਜਿਹਾਦ ਔਜ਼ਰ ਜਿਹੜੇ ਡਾਇਰੈਕਟਰ ਹੈਗੇ ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਮਿਡਲ ਈਸਟ ਤੇ ਸੈਂਟਰਲ ਏਸ਼ੀਆ ਦੇ, ਉਹਨਾਂ ਨੇ ਇਹ ਕਿਹਾ ਆ ਵੀ ਇਹ ਕੰਡੀਸ਼ਨ ਬਹੁਤ ਬੁਰੀ ਆ। ਸੋ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਆ ਰਲ ਕੇ ਉਹਨਾਂ ਨੂੰ ਜਿਹੜੀ ਆ ਅਫਗਾਨਿਸਤਾਨ ਦੇ ਲੋਕ ਆ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈਗੀ ਆ। ਪਰ ਆਪਾਂ ਦੇਖਿਆ ਵੀ ਕਿਸ ਤਰ੍ਹਾਂ ਉੱਥੇ ਬੱਚੀਆਂ ਦੇ ਸਕੂਲ ਜਿਹੜੇ ਆ ਤੇ ਕਾਲਜਸ ਆ ਉਹ ਤਾਂ ਇੱਕ ਤਰ੍ਹਾਂ ਨਾਲ ਬੰਦ ਹੀ ਕਰ ਦਿੱਤੇ ਗਏ ਆ ਤੇ ਅਮਰੀਕਾ ਵੀ ਹੁਣ ਜ਼ਿਆਦਾ ਜਿਹੜਾ ਇੰਟਰਸਟ ਆ ਉਹ ਨਹੀਂ ਲੈ ਰਿਹਾ ਇਸ ਮਾਮਲੇ ਦੇ ਵਿੱਚ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਾਰਜ ਜ਼ਿਮਰਮੈਨ ਸਭ ਨੂੰ ਯਾਦ ਹੋਣਾ ਕਾਫੀ ਇਹ ਕੇਸ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ ਸੀ ਟ੍ਰੇਵਨ ਮਾਰਟਿਨ ਦੇ ਜਿਹੜੇ ਉਹ ਕੇਸ ਦੇ ਵਿੱਚ। ਉਸ ਦਾ ਜਿਹੜਾ ਇੱਕ ਫਲੋਰੀਡਾ ਦਾ ਡਿਫੈਂਸ ਅਟਰਨੀ ਸੀ ਜਾਰਜ ਜ਼ਿਮਰਮੈਨ ਦੀ ਜਿਹੜੀ ਕਹਿ ਲਓ ਵੀ ਅਟਰਨੀ ਜਿਹੜਾ ਉਹ ਸੀਗਾ ਉਸ ਨੂੰ ਫਲੋਰੀਡਾ 'ਚ ਕਹਿੰਦੇ ਗ੍ਰਿਫਤਾਰ ਕੀਤਾ ਗਿਆ ਆ। ਇਸ ਦੇ ਉੱਤੇ ਇੱਕ ਜੁਵਨਾਈਲ ਰੇਪ ਕੇਸ ਦੇ ਵਿੱਚ ਵਿਟਨੈਸ ਟੈਂਪਰਿੰਗ ਕਰਨ ਦੇ ਜਿਹੜੇ ਦੋਸ਼ ਆ ਉਹ ਲਗਾਏ ਗਏ ਹੈਗੇ ਆ। ਹੈਲ ਉਰੀਗ ਜਿਹੜਾ ਕਿ ਡਿਫੈਂਸ ਗਰੁੱਪ ਦੇ ਲਈ ਜਿਹੜਾ ਉਹ ਕਹਿੰਦੇ ਆ ਵੀ ਉਹ ਕੰਮ ਕਰਦਾ ਸੀਗਾ, ਉਸ ਦੇ ਉੱਤੇ ਪਰਜਰੀ ਤੇ ਵਿਟਨੈਸ ਟੈਂਪਰਿੰਗ ਦੇ ਜਿਹੜੇ ਕੇਸ ਆ ਉਹ ਹੁਣ ਲਗਾਏ ਗਏ ਹੈਗੇ ਆ। ਸੋ ਉੱਥੋਂ ਦੇ ਜਿਹੜੇ ਔਸਕੋਲਾ ਕਾਉਂਟੀ ਦੇ ਜਿਹੜੇ ਸ਼ੈਰਿਫ ਮਾਰਕਸ ਲੋਪਸ ਆ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਇਹ ਦੱਸਿਆ ਆ। ਇਹ ਬੰਦਾ ਉਸ ਬੰਦੇ ਨੂੰ ਰਿਪਰੈਜ਼ੈਂਟ ਕਰ ਰਿਹਾ, ਇਹ ਜਿਹੜਾ ਵਕੀਲ ਆ ਜਿਸ ਦੇ ਉੱਤੇ 9 ਸਾਲਾਂ ਦੇ ਇੱਕ ਬੱਚੇ ਨੂੰ ਜਿਹੜਾ ਉਹ ਰੇਪ ਕਰਨ ਦੇ ਜਿਹੜੇ ਉਹ ਦੋਸ਼ ਸੀਗੇ। ਅਗਲੀ ਖਬਰ ਬੰਗਲਾਦੇਸ਼ ਤੋਂ ਆ ਰਹੀ ਆ। ਬੰਗਲਾਦੇਸ਼ ਦੇ ਵਿੱਚ ਕਹਿੰਦੇ ਵੀ ਜਿਹੜੀ ਜਦੋਂ ਦੁਰਗਾ ਪੂਜਾ ਹੋਈ ਆ ਉਹ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਆ ਕਿਸੇ ਨੇ ਗਲਤ ਖਬਰਾਂ ਫੈਲਾ ਦਿੱਤੀਆਂ ਤੇ 66 ਦੇ ਕਰੀਬ ਜਿਹੜੇ ਹਿੰਦੂ ਹੈਗੇ ਆ ਉਹਨਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਗਈ ਤੇ 20 ਨੂੰ ਅੱਗ ਲਾ ਦਿੱਤੀ ਗਈ ਤੇ 66 ਦੇ ਕਰੀਬ ਜਿਹੜੇ ਘਰ ਆ ਉਹਨਾਂ ਨੂੰ ਭੰਨ ਤੋੜ ਕੀਤੀ ਗਈ। ਜਿਹੜੇ ਹਿੰਦੂ ਰਿਲੀਜਨ ਦੇ ਨਾਲ ਬਿਲੋਂਗ ਲੋਕ ਉੱਥੇ ਬਹੁਤ ਕਰਦੇ ਹੈਗੇ ਆ, ਹਜੇ ਵੀ ਰਹਿੰਦੇ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਸਿੱਖ ਤੇ ਹਿੰਦੂ ਰਹਿੰਦੇ ਹੈਗੇ ਆ। ਉਸ ਤੋਂ ਬਾਅਦ ਬੰਗਲਾਦੇਸ਼ ਦੀ ਜਿਹੜੀ ਪ੍ਰਾਈਮ ਮਿਨਿਸਟਰ ਹੈਗੀ ਆ ਸ਼ੇਖ ਹਸੀਨਾ, ਉਸ ਨੇ ਜਿਹੜੀਆਂ ਇੰਸਟਰਕਸ਼ਨ ਦਿੱਤੀਆਂ ਹੈਗੀਆਂ ਆ ਆਪਣੀ ਮਿਨਿਸਟਰੀ ਨੂੰ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਵਾਇਲੈਂਸ ਆ ਉਹ ਮਿਨੋਰਿਟੀ ਦੇ ਅਗੇਂਸਟ ਨਹੀਂ ਹੋਣੀ ਚਾਹੀਦੀ ਤੇ ਜਿਹੜੇ ਲੋਕ ਵਾਇਲੈਂਸ ਨੂੰ ਵਧਾਵਾ ਦਿੰਦੇ ਆ, ਬੜਾਵਾ ਦਿੰਦੇ ਆ, ਜਿਹਨੂੰ ਇਨਸਾਈਟ ਕਰਦੇ ਆ ਤੇ ਉਹਨਾਂ ਦੇ ਅਗੇਂਸਟ ਐਕਸ਼ਨ ਲਿਆ ਜਾਣਾ ਚਾਹੀਦਾ ਆ। ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਜਿਹੜਾ ਉਹਨਾਂ ਦਾ ਮਿਨਿਸਟਰ ਹੈਗਾ ਆ ਉਸ ਨੂੰ ਇਸ ਕੰਮ ਦੇ ਲਈ ਅਸਾਈਨ ਕਰ ਦਿੱਤਾ ਆ ਤੇ ਜਿਹੜੀ ਮਿਨੋਰਿਟੀਜ਼ ਆ ਬੰਗਲਾਦੇਸ਼ 'ਚ ਰਹਿ ਰਹੀਆਂ ਉਹਨਾਂ ਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਵਾਅਦਾ ਕੀਤਾ ਆ ਵੀ ਤੁਹਾਡੇ ਜਿਹੜੇ ਉੱਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਅਟੈਕ ਨਹੀਂ ਹੋਊਗਾ। ਪਰ ਇਹ ਅਨਫੋਰਚੂਨੇਟ ਪਾਰਟ ਆ, ਇਕੱਲਾ ਬੰਗਲਾਦੇਸ਼ ਨਹੀਂ, ਆਪਾਂ ਦੁਨੀਆ ਦੇ ਕਿੰਨੇ ਮੁਲਕ ਦੇਖਦੇ ਜਿਹੜੇ ਮਿਨੋਰਿਟੀਜ਼ ਆ ਉੱਥੇ ਉਹਨਾਂ ਨਾਲ ਧੱਕਾ ਹੀ ਹੁੰਦਾ ਆ, ਚਾਹੇ ਉਹ ਪਾਕਿਸਤਾਨ ਹੋਵੇ, ਚਾਹੇ ਉਹ ਰੋਹਿੰਗਿਆ ਹੋਵੇ, ਚਾਹੇ ਬੰਗਲਾਦੇਸ਼ ਹੋਵੇ ਤੇ ਚਾਹੇ ਇੰਡੀਆ ਹੋਵੇ। ਜੀ, ਬਿਲਕੁਲ। ਸੋ ਇੱਥੇ ਕਤਲੋਗਾਰਤ ਜਿਹੜੀ ਆ ਹਿੰਦੂਆਂ ਦੀ ਇਸ ਵਾਰ ਜਿਹੜੀ ਉਹਨਾਂ ਨੇ ਉੱਥੇ ਕੀਤੀ ਹੈਗੀ ਆ। ਕਈ ਜਣੇ ਜਿਹੜੇ ਇਮੀਗ੍ਰੇਸ਼ਨ ਦੇ ਬਾਰੇ ਜਿਹੜੇ ਉਹ ਬਿੱਲ ਬਾਰੇ ਜਿਹੜੇ ਉਹ ਪੁੱਛ ਰਹੇ ਹੈਗੇ, ਸੋ ਉਹਨਾਂ ਨੂੰ ਅਸੀਂ ਦੱਸਦੇ ਜਾਈਏ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਹਰ ਸ਼ਨਿਚਰਵਾਰ ਨੂੰ ਜਿਹੜਾ ਉਹ
ਪੰਜਾਬੀ ਰੇਡੀਓ USA ਦੇ ਉੱਤੇ ਆਉਂਦਾ ਹੈ, ਸੇਮ ਸਮੇਂ ਦੇ ਉੱਤੇ 9 ਵਜੇ ਤੋਂ ਲੈ ਕੇ 10:30 ਵਜੇ ਦੇ ਦਰਮਿਆਨ। ਸੋ ਹਾਲ ਦੀ ਘੜੀ ਉਹ ਬਿੱਲ ਦਾ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਇਹਨਾਂ ਦਾ ਆਪਣਾ ਸਪੈਂਡਿੰਗ ਵਾਲਾ ਬਿੱਲ ਨਹੀਂ ਪਾਸ ਹੋਣ ਦਿਆ, ਇਮੀਗ੍ਰੇਸ਼ਨ ਦਾ ਤਾਂ ਚਲੋ ਹਾਲ ਦੀ ਘੜੀ ਬੜੀ ਦੂਰ ਦੀ ਜਿਹੜੀ ਗੱਲ ਆ। ਡੈਮੋਕ੍ਰੇਟਸ ਹੀ ਆਪਸ ਦੇ ਵਿੱਚ ਉਹਨਾਂ ਦਾ ਸਪੈਂਡਿੰਗ ਬਿੱਲ ਨੂੰ ਲੈ ਕੇ ਅਜੇ ਕੋਈ ਵੀ ਇੱਕ ਮਤ ਜਿਹੜੇ ਆ ਉਹ ਨਹੀਂ ਹੋਏ। ਸੋ ਇਮੀਗ੍ਰੇਸ਼ਨ ਵਾਲੇ ਹਾਲ ਦੀ ਘੜੀ ਆਪਾਂ ਜਿਹੜੀ ਉਹ ਭੁੱਲ ਜਾਈਏ ਵੀ ਕੁਛ ਕੀਤਾ ਜਾਊਗਾ। ਪਹਿਲੋਂ ਕਿਹਾ ਜਾ ਰਿਹਾ ਸੀ ਵੀ ਇਸ ਦੇ ਵਿੱਚ ਆ ਜਾਊਗਾ। ਲੋਕਾਂ ਨੇ ਕਈਆਂ ਨੇ ਬੜੀਆਂ ਝੂਠੀਆਂ ਖਬਰਾਂ ਅਫਵਾਹਾਂ ਫੈਲਾਤੀਆਂ, ਦਿਓ $5000 ਤਾਂ ਹੋ ਜਾਣਾ ਜੀ ਪੱਕੇ, ਯੇ ਹੈ ਵੋ ਹੈ। ਕੁਛ ਵੀ ਉਸ ਦੇ ਵਿੱਚ ਸੱਚਾਈ ਜਿਹੜੀ ਉਹ ਨਹੀਂ ਹੈਗੀ। ਸੋ ਜਿੱਦਣ ਹੀ ਕੋਈ ਇੱਦਾਂ ਦੀ ਖਬਰ ਆਊਗੀ, ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਆ ਉਹ ਦੱਸਾਂਗੇ। ਸੋ ਤੁਸੀਂ ਸੁਣਦੇ ਰਹੋ। ਜਦੋਂ ਵੀ ਕੋਈ ਵੀ ਅਪਡੇਟ ਹੋਈ ਤਾਂ ਆਪਾਂ ਜ਼ਰੂਰ ਜਿਹੜੀ ਉਹ ਜੀ। ਦੱਸਾਂਗੇ। ਪੋਲੀਟਿਕਸ ਬਿਲਕੁਲ, ਬਹੁਤੇ ਤਾਂ ਰਾਜਕਨਵੀਰ ਸਿੰਘ ਜਿਹੜੇ ਕਈ ਵਕੀਲ ਆ ਨਾ ਇਮੀਗ੍ਰੇਸ਼ਨ ਦੇ, ਉਹਨੇ ਇੰਡੀਆ ਦੇ ਜਿਹੜੇ ਟੀਵੀ ਚੈਨਲਸ ਆ ਜਾਂ ਕਈ YouTube ਆ, ਉਹਨਾਂ ਤੇ ਐਡਾਂ ਪਾਉਣੀਆਂ ਸ਼ੁਰੂ ਕਰਤੀਆਂ ਵੀ ਆ ਜਾਓ ਜੀ। ਸੋ ਬੜੀ ਗਲਤ ਇਨਫੋਰਮੇਸ਼ਨ ਜਿਹੜੀ ਫੈਲਾ ਰਿਹਾ। ਇੱਦਾਂ ਦੀ ਕੋਈ ਸਿਚੁਏਸ਼ਨ ਨਹੀਂ, ਬਲਕਿ ਆਪਾਂ ਕੱਲ੍ਹ ਵੀ ਖਬਰ ਸਾਂਝੀ ਕੀਤੀ ਸੀ ਪਈ ਰਿਮੇਨ ਇਨ ਮੈਕਸੀਕੋ ਪਾਲਿਸੀ ਜਿਹੜੀ ਆ ਉਹਨੂੰ ਲਾਗੂ ਕਰਨ ਜਾ ਰਿਹਾ ਅਗਲੇ ਮਹੀਨੇ ਤੋਂ, ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ, ਕਿਉਂਕਿ ਇਹਨਾਂ ਨੂੰ ਇੰਨਾ ਜ਼ਿਆਦਾ ਕੰਟਰੋਲ ਹੀ ਨਹੀਂ ਹੋ ਰਿਹਾ। ਉੱਥੇ ਇੰਨੇ ਜ਼ਿਆਦਾ ਲੋਕ ਇਕੱਠੇ ਹੋ ਗਏ ਆ ਤੇ ਜਿਹੜੀ ਬਦਨਾਮੀ ਉਹ ਵੱਧ ਹੁੰਦੀ ਹੈਗੀ ਆ। ਸੋ ਉਹਨੂੰ ਕਿਹਾ ਇੱਕ ਸੀ ਉਹ ਕਰਨੀ ਪੈਣੀ ਆ। ਸੋ ਆਪਣੇ ਵੱਲੋਂ ਤਾਂ ਇਸ ਨੂੰ ਉਹ ਰੱਦ ਕਰਨਾ ਚਾਹੁੰਦੇ ਨੇ, ਉਹਨਾਂ ਨੇ ਕੀਤਾ ਵੀ, ਪਰ ਅਦਾਲਤ ਨੇ ਕਿਹਾ ਵੀ ਨਹੀਂ ਤੁਸੀਂ ਇੱਦਾਂ ਰੱਦ ਨਹੀਂ ਕਰ ਸਕਦੇ। ਜਿਹੜੀ ਪਹਿਲੋਂ ਪਾਲਿਸੀ ਜਿਹੜੀ ਚੱਲ ਰਹੀ ਹੈ ਉਸ ਨੂੰ ਤੁਹਾਨੂੰ ਕੰਟੀਨਿਊ ਹੀ ਰੱਖਣਾ ਪੈਣਾ। ਹੁਣ ਔਖੇ ਉਹਨੂੰ ਹੁਣ ਉਹ ਅੱਕ ਜਿਹੜਾ ਉਹ ਚੱਬਣਾ ਪੈਣ ਦਿਆ ਹੈ। ਜੀ। ਸੋ ਇੱਕ ਜ਼ਰੂਰ ਆ ਵੀ ਬਹੁਤ ਸਾਰੀਆਂ ਕਾਲਸ ਆਪਣੇ ਰੇਡੀਓ ਸਟੇਸ਼ਨ ਤੇ ਵੀ ਆਈਆਂ ਵੀ ਜਿਹੜੇ ਲੋਕਾਂ ਦੇ ਇੰਡੀਆ 'ਚ ਨਹੀਂ ਵਾਪਸ ਜਾਣਾ ਆ ਇੱਥੋਂ, ਜਾਂ ਵਿਜ਼ਿਟ ਕਰਨ ਜਾਣਾ ਆ, ਉਹਨਾਂ ਦੇ ਵੀਜ਼ੇ ਲੱਗੇ ਹੋ ਸੀ 10-10 ਸਾਲ ਦੇ ਜਾਂ ਹੋਰ, ਉਹਨਾਂ ਦਾ ਕੀ ਕੀਤਾ ਜਾਵੇ। ਵੀ ਉਹ ਬਿਲਕੁਲ ਉਹਨਾਂ ਨੂੰ ਐਕਸੈਪਟ ਕਰੂਗੇ ਜਾਂ ਨਹੀਂ, ਜਾਂ ਨਵੇਂ ਵੀਜ਼ੇ ਲਊਗੇ। ਇਹਦੇ ਬਾਰੇ ਸਾਨੂੰ ਹਜੇ ਕੋਈ ਡਿਟੇਲ ਨਹੀਂ ਪਤਾ ਲੱਗੀ, ਪਰ ਕਾਲਸ ਸਾਨੂੰ ਬਹੁਤ ਜ਼ਿਆਦਾ ਆਈਆਂ। ਮੇਰੇ ਖਿਆਲ ਨਾਲ ਜਿਹੜੇ ਟਰੈਵਲ ਦਾ ਕੰਮ ਕਰਦੇ ਆ ਉਹਨਾਂ ਨੂੰ ਇਹਦੇ ਬਾਰੇ ਜ਼ਿਆਦਾ ਨੌਲੇਜ ਹੋਊਗਾ। ਪਰ ਗਵਰਨਮੈਂਟ ਆਫ ਇੰਡੀਆ ਨੇ ਅਕਤੂਬਰ 15 2021 ਤੋਂ ਜਿਹੜੇ ਫੋਰਨ ਨੈਸ਼ਨਲਸ ਆ, ਜਿਹੜੇ ਇੰਡੀਅਨਸ ਨਹੀਂ ਹੈਗੇ, ਉਹਨਾਂ ਦੇ ਲਈ ਜਿਹੜਾ ਉਹਨੇ ਟੂਰਿਸਟ ਵੀਜ਼ਾ ਜਿਹੜਾ ਕਹਿੰਦੇ ਭਈ ਆਲਰੇਡੀ ਸ਼ੁਰੂ ਕੀਤਾ ਹੋਇਆ, ਚਾਹੇ ਉਹ ਚਾਰਟਰਡ ਫਲਾਈਟ ਦੇ ਥਰੂ ਆ ਰਹੇ ਆ, ਚਾਹੇ ਉਹ ਰੈਗੂਲਰ ਫਲਾਈਟਸ ਦੇ ਥਰੂ ਆ ਰਹੇ ਆ। ਸੋ ਇਹ ਹਜੇ ਤੱਕ ਸਾਨੂੰ ਇਹਦੇ ਬਾਰੇ ਡਿਟੇਲ ਨਹੀਂ ਵੀ ਜੇ ਤੁਸੀਂ ਪਹਿਲਾਂ ਦਾ ਵੀਜ਼ਾ ਲਿਆ ਆ ਤੇ ਉਹ ਐਕਸੈਪਟ ਹੋਊਗਾ ਕਿ ਨਹੀਂ ਹੋਊਗਾ, ਪਰ ਉਹ ਤੁਸੀਂ ਚੈੱਕ ਜ਼ਰੂਰ ਕਰ ਲਓ ਭਈ ਜੀ ਤੁਹਾਨੂੰ ਨਵਾਂ ਵੀਜ਼ਾ ਤਾਂ ਨਹੀਂ ਲੈਣਾ ਪੈਣਾ। ਪਰ ਮੈਨੂੰ ਲੱਗਦਾ ਆ ਵੀ ਉਹ ਜਿਸ ਤਰ੍ਹਾਂ ਇੰਡੀਆ ਵਾਲੇ ਹੁੰਦੇ ਹੀ ਆ ਵੀ ਸ਼ਾਇਦ ਨਵੇਂ ਵੀਜ਼ੇ ਦੀ ਨਵੀਂ ਫੀਸ ਉਹ ਰਿਕੁਆਇਰ ਕਰਨ, ਪਰ ਇਹਦੇ ਬਾਰੇ ਸਾਡੇ ਕੋਲ ਕੋਈ ਕਨਫਰਮੇਸ਼ਨ ਨਹੀਂ ਹੈ। ਮੈਨੂੰ ਲੱਗਦਾ ਵੈਸੇ ਹਰਜੋਤ ਸਿੰਘ ਜੀ ਪੁਰਾਣੇ ਵੀਜ਼ੇ ਜਿਹੜੇ ਉਹ ਚੱਲਣੇ ਚਾਹੀਦੇ ਆ। ਇਹ ਤਾਂ ਟੈਂਪਰੇਰੀ ਤੌਰ ਦੇ ਉੱਤੇ ਜਿਹੜਾ ਉਹ ਬੰਦ ਸੀਗਾ। ਸੋ ਤੁਹਾਨੂੰ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਆਪਾਂ ਇਸ ਦੇ ਬਾਰੇ ਜੇ ਜਾਣਕਾਰੀ ਹੋਰ ਪ੍ਰਾਪਤ ਹੋਈ ਤਾਂ ਉਸ ਤੋਂ ਬਾਅਦ ਦੇ ਵਿੱਚ ਇਕੱਠੀ ਕਰਕੇ ਜਿਹੜੀ ਵੀ ਜਾਣਕਾਰੀ ਸਾਡੇ ਕੋਲ ਹੋਈ ਫਿਰ ਤੁਹਾਨੂੰ ਸ਼ਾਮ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆ, ਉਹ ਜ਼ਰੂਰ ਤੁਹਾਨੂੰ ਆਪਾਂ ਜਾਣਕਾਰੀ ਜਿਹੜੀ ਉਹ ਦੇਵਾਂਗੇ। ਸੋ ਜ਼ਰੂਰ ਉਸ ਟਾਈਮ ਨੂੰ ਵੀ ਜਿਹੜਾ ਉਹ ਤੁਸੀਂ ਸੁਣਿਓ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜੇ ਖਬਰ ਕਰਦੇ ਜਾਈਏ, ਸਟੀਵ ਬੈਨਨ ਤੇ ਹੋਰ ਜਿਨ੍ਹਾਂ ਨੇ ਸਪੀਨਾ ਨੂੰ ਰਿਫਿਊਜ਼ ਕੀਤਾ ਸੀਗਾ 6 ਜਨਵਰੀ ਦੀ ਜਿਹੜੀ ਹਾਊਸ ਸਿਲੈਕਟ ਕਮੇਟੀ ਆ, ਉਸ ਦੇ ਵਿੱਚ ਕਹਿੰਦੇ ਵੀ ਅੱਜ ਕਮੇਟੀ ਜਿਹੜੀ ਆ ਉਹ ਉਹਨਾਂ ਦੀ ਮੀਟਿੰਗ ਹੋਣੀ ਆ ਤੇ ਇਸ ਦੇ ਵਿੱਚ ਸਪੀਨਾ ਦੇ ਰਿਫਿਊਜ਼ਲ ਨੂੰ ਲੈ ਕੇ ਕੰਟੈਂਪਟ ਵੋਟ ਦੇ ਉੱਤੇ ਜਿਹੜੀ ਵੋਟ ਆ ਉਹ ਕਰਵਾਈ ਜਿਹੜੀ ਉਹ ਜਾਊਗੀ। ਸਾਂਝੇ ਤੌਰ ਦੇ ਉੱਤੇ ਜਿਹੜੇ ਪੈਨਲ ਦੇ ਵਿੱਚ ਜਿਹੜੇ ਕੁਛ ਰਿਪਬਲਿਕਨ ਤੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਮਿਲ ਕੇ ਆਖਿਆ ਵੀ ਇਹ ਜਿਹੜੇ ਸਪੀਨਰਸ ਘੱਲੇ ਜਾ ਰਹੇ ਆ ਉਹਨਾਂ ਨੂੰ ਜਿਹੜਾ ਆ ਉਹ ਮੰਨਿਆ ਜਾਵੇ, ਉਹਨਾਂ ਨੂੰ ਇੱਦਾਂ ਹੀ ਰਿਫਿਊਜ਼ ਜਿਹੜਾ ਆ ਉਹ ਨਾ ਕੀਤਾ ਜਾਵੇ। ਸੋ ਹੁਣ ਕੰਟੈਂਪਟ ਆਫ ਜਿਹੜੀ ਇਸ ਦੇ ਵਿੱਚ ਕਰਨ ਤੋਂ ਬਾਅਦ ਦੇ ਵਿੱਚ ਕੀ ਕੋਈ ਕਾਨੂੰਨੀ ਚਾਰਾਜੋਈ ਜਿਹੜੀ ਉਹ ਹੋ ਸਕੇਗੀ ਜਾਂ ਨਹੀਂ, ਇਹ ਜਿਹੜਾ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਚੇਅਰਮੈਨ ਬੈਨੀ ਥੋਮਸਨ, ਵਾਈਸ ਚੇਅਰ ਲਿਜ਼ ਚੇਨੀ, ਇਹ ਕਹਿੰਦੇ ਆ ਵੀ ਇਸ ਵੋਟ ਦੇ ਉੱਤੇ ਜਲਦ ਹੀ ਜਦੋਂ ਹੀ ਵੋਟ ਜਿਹੜੀ ਉਹ ਹੋ ਜਾਵੇਗੀ ਤੇ ਉਸ ਤੋਂ ਬਾਅਦ ਦੇ ਵਿੱਚ ਪੱਤਰਕਾਰਾਂ ਨੂੰ ਦੱਸਣਗੇ ਵੀ ਇਹਨਾਂ ਨੇ ਕੀ ਜਿਹੜਾ ਮਤਾ ਉਸ ਦੇ ਵਿੱਚ ਪਾਇਆ ਹੈਗਾ ਹੈ। ਜੀ। ਅਗਲੀ ਖਬਰ ਇੰਗਲੈਂਡ ਤੋਂ ਆ ਰਹੀ ਹੈ। ਯੂਕੇ ਦੇ ਵਿੱਚ ਪੁਲਿਸ ਨੇ ਜਿਹੜਾ ਆ ਵਾਰਨਿੰਗ ਦਿੱਤੀ ਆ। ਉੱਥੇ ਇੱਕ ਜਗ੍ਹਾ ਦੇ ਉੱਤੇ ਇੱਕ ਕਿਸੇ ਬੀਬੀ ਦਾ ਜਿਹੜਾ ਰੇਪ ਹੋਇਆ ਸੀ, ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਜਿਹੜੇ ਲੋਕ ਲੰਘ ਰਹੇ ਸੀ ਜਾਂ ਜਾ ਰਹੇ ਸੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਜਿਹੜਾ ਆ ਰਿਪੋਰਟ ਨਹੀਂ ਕੀਤਾ। ਤੇ ਜੇ ਉਹ ਕਹਿੰਦੇ ਪਏ CCTV ਕੈਮਰਾਜ਼ ਦੇ ਵਿੱਚ ਆਉਂਦੇ ਆ ਬਾਈ ਸਟੈਂਡਰਡਸ,
ਜਿਹੜੇ ਖੜੇ ਸੀ ਜਾਂ ਜਾ ਰਹੇ ਸੀ, ਉਹਨਾਂ ਨੇ ਕਿਤੇ ਇਹ ਜ਼ੁਲਮ ਹੋ ਰਿਹਾ ਇੱਦਾਂ ਦਾ ਨਹੀਂ ਰਿਪੋਰਟ ਕਰਦੇ, ਤਾਂ ਉਹਨਾਂ ਲੋਕਾਂ ਦੇ ਉੱਤੇ ਵੀ ਜਿਹੜਾ ਐਕਸ਼ਨ ਆ ਉਹ ਪੁਲਿਸ ਲਊਗੀ। ਇਹ ਜਿਹੜੀ BBC ਨੇ ਰਿਪੋਰਟ ਕੀਤਾ ਆ, ਉੱਥੇ ਇੱਕ ਫਿਲਾਡੈਲਫੀਆ ਜਿਹੜਾ ਟਾਊਨ ਸੀ, ਉੱਥੇ ਜਿਹੜਾ ਅੱਪਰ ਡਰਬੀ ਪੁਲਿਸ ਡਿਪਾਰਟਮੈਂਟ ਆ ਉਹਦੇ ਵੱਲੋਂ ਦੱਸਿਆ ਗਿਆ, ਉੱਥੇ ਇੱਕ ਇੱਦਾਂ ਦੀ ਘਿਨੌਣੀ ਘਟਨਾ ਜਿਹੜੀ ਆ ਵਾਪਰੀ ਸੀ। ਉਸ ਤੋਂ ਬਾਅਦ ਜਿਹੜਾ ਇਹ ਪੁਲਿਸ ਨੇ ਅਨਾਊਂਸ ਕੀਤਾ। ਜੀ, ਤੇ ਆਪਾਂ ਜਿਹੜਾ ਹਰਜੋਤ ਸਿੰਘ ਜੀ ਲੈਨੇ ਇੱਥੇ ਇੱਕ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ, ਤੇ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਅਪਡੇਟ ਅਮਰੀਕਾ ਜਿਹੜਾ ਉਹ ਇਦਾਂ ਹੀ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਕਰਜ਼ਾ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਹਾਂਜੀ, ਖਰੀਦਣ ਦੇ ਨਾਲ ਘਰ ਜਾਂ ਅੱਜ ਕਵਰ ਕੈਲੀਫੋਰਨੀਆ ਤੇ ਕਰ ਲਾਂਗੇ। ਅੱਜ ਹੀ ਕਾਲ ਕਰੋ। ਜ਼ੈਂਡਰ ਆਓ ਸਟਾਰਟ ਹੋ ਗਈ ਕੋਈ ਕਵਰ ਕੈਲੀਫੋਰਨੀਆ ਤੇ ਮੈਡੀਕੇਅਰ ਤੇ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨੇ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. Zender Mortgage, Zender Mortgage. मैं क्या जी ग्रोसरी ਲੈਣ ਚਲੀਏ। ग्रोसरी लेना तो सिर्फ बहाना है, इन्हें अपनी मंडी का स्वादला खाना जो खाना है। ਜੀ ਹਾਂ, ਆਪਣੀ ਮੰਡੀ ਫ੍ਰੈਜ਼ਨੋ ਚ ਇੰਡੀਅਨ ਗਰੋਸਰੀ ਸਟੋਰ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ। ਦਾਲਾਂ, ਆਟਾ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। ਇੰਡੀਅਨ ਖਾਣੇ ਦੀ ਐਂਡਲੈਸ ਵੈਰਾਈਟੀ, ਟਿੱਕੀ, ਸਮੋਸਾ, ਦਹੀਂ ਭੱਲਾ, ਡੋਸਾ, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। ਇੱਥੋਂ ਤੁਸੀਂ ਇੰਡੀਅਨ ਭਾਂਡੇ ਵੀ ਖਰੀਦ ਸਕਦੇ ਹੋ। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਭੇਜ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 5595156630 559 515 6630 ਤੇ। ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵੇਨਿਊ ਫ੍ਰਿਜ਼ਨੋ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਆਪਣੀ ਮੰਡੀ, ਇੰਡੀਆ ਦਾ ਆਪਣਾ ਫਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट फ्रेज़नो, जितों खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੇ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940, 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵੇਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559 840 2940, 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ। ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ
ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 33 33 5592373333 ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੇਨਿਊ ਫ੍ਰੈਜ਼ਨੋ ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਜਿਹੜੀ ਉਹ ਹੁਣ ਆਪਾਂ ਗੱਲਬਾਤ ਆ ਉਹ ਕਰਾਂਗੇ ਇੰਸ਼ੋਰੈਂਸ ਦੇ ਬਾਬਤ, ਤੇ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ ਜਿਹੜੇ ਆ ਉਹ ਜੁੜਦੇ ਹੀ ਆ, ਉਹ ਦੱਸਦੇ ਨੇ। ਸੋ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਹੈਲਥ ਇੰਸ਼ੋਰੈਂਸ ਦੇ ਬਾਬਤ। ਸਭ ਨੂੰ ਪਤਾ ਹੈ ਵੀ ਹੁਣ ਉਹ ਈਅਰ ਦਾ ਉਹ ਵਕਤ ਜਿਹੜਾ ਉਹ ਸਮਾਂ ਆ ਗਿਆ ਜਦੋਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਜਿਹੜੀ ਆ ਉਸ ਦੇ ਲਈ ਅਪਡੇਟਸ ਜਿਹਨੇ ਕਰਨੀਆਂ ਹੁੰਦੀਆਂ ਆ, ਨਵੀਆਂ ਐਪਲੀਕੇਸ਼ਨਸ ਜਾਂ ਰੀਨਿਊਅਲਸ ਦਾ ਉਸ ਦਾ ਸਮਾਂ ਆ ਚੁੱਕਾ ਆ। ਸੋ ਹਰਜੋਤ ਸਿੰਘ ਜੀ, ਸੋ ਜ਼ਰੂਰ ਜਾਣਕਾਰੀ ਦਿਓ ਜੀ ਕਵਰਡ ਕੈਲੀਫੋਰਨੀਆ ਦੇ ਬਾਰੇ। ਜੀ, ਸੋ ਬਿਲਕੁਲ ਪਹਿਲਾਂ ਕਵਰਡ ਕੈਲੀਫੋਰਨੀਆ ਬਾਰੇ ਦੱਸਦੇ ਜਾਈਏ। ਆਪਾਂ ਖਾਲਸਾ ਇੰਸ਼ੋਰੈਂਸ ਦਾ ਦੱਸ ਦਿੰਦੇ ਹਾਂ। ਅਸੀਂ ਕਵਰਡ ਕੈਲੀਫੋਰਨੀਆ ਜਿਹੜੀ ਓਬਾਮਾ ਕੇਅਰ ਆ, ਉਹ ਓਵਰਆਲ USA ਦੇ ਵਿੱਚ ਉਹਨੂੰ ਓਬਾਮਾ ਕੇਅਰ ਕਹਿੰਦੇ ਆ। ਜਿਹੜੀ ਓਬਾਮਾ ਕੇਅਰ ਨੂੰ ਕੈਲੀਫੋਰਨੀਆ ਦੇ ਵਿੱਚ ਜਿਹੜਾ ਸਬਸਿਡੀ ਵਾਲਾ ਪ੍ਰੋਗਰਾਮ, ਉਹਨੂੰ ਕਵਰਡ ਕੈਲੀਫੋਰਨੀਆ ਕਹਿੰਦੇ ਆ। ਤੇ ਉਹ ਤੋਂ ਬਾਅਦ ਜਿਹੜੀ ਤੁਹਾਡੀ ਰੈਗੂਲਰ ਇੰਸ਼ੋਰੈਂਸ ਕੋਈ ਵੀ ਕਿਸੇ ਕੰਪਨੀ ਨਾਲ ਆ, ਚਾਹੇ ਉਹ ਬਲੂ ਕ੍ਰਾਸ ਆ, ਬਲੂ ਸ਼ੀਲਡ ਹੈਲਥ ਨੈਟ ਆ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੱਸਦੇ ਜਾਈਏ ਵੀ ਆਪਾਂ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਜੇ ਲਾਇਸੈਂਸ ਦੱਸਦੇ ਜਾਈਏ 0F89805। ਅਸੀਂ ਸੰਨ 2014 ਤੋਂ ਜਦ ਤੋਂ ਹੀ ਸ਼ੁਰੂ ਹੋਈ ਹੈਗੀ ਆ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ, ਉਹ ਆਪਾਂ ਕਰ ਰਹੇ ਹਾਂ। ਹਜ਼ਾਰਾਂ ਦੇ ਹਿਸਾਬ ਆਪਾਂ ਕੈਲੀਫੋਰਨੀਆ ਦੇ ਵਿੱਚ ਆਪਣੇ ਜਿਹੜੇ ਭੈਣ ਭਰਾ ਆ ਉਹਨਾਂ ਦੀ ਹੈਲਪ ਕੀਤੀ ਆ ਐਪਲੀਕੇਸ਼ਨ ਭਰਨ ਦੇ ਵਿੱਚ, ਅਪਡੇਟ ਕਰਨ ਲਈ, ਐਜੂਕੇਟ ਕਰਨ ਲਈ ਬਹੁਤ ਜ਼ਿਆਦਾ। ਅਤੇ ਵੈਸੇ ਤਾਂ ਸਾਡਾ ਆਫਿਸ ਸਾਰਿਆਂ ਨੂੰ ਪਤਾ ਹੀ ਆ ਵੀ ਅਸੀਂ 91 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਹੈਗੇ ਆ। ਸੋ ਹੁਣ ਸਾਡੇ ਕੋਲ 2 ਆਫਿਸਿਸ ਹੈਗੇ ਆ ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਮੈਡੀਕੇਅਰ, ਇਹ ਸਾਰਿਆਂ ਨੂੰ ਹੈਂਡਲ ਕਰਨ ਦੇ ਲਈ। ਇੱਕ ਤਾਂ ਸੈਨੋਜ਼ੇ ਦੇ ਵਿੱਚ ਆ 3750 ਮਕੀ ਰੋਡ, ਸੈਨੋਜ਼ੇ ਕੈਲੀਫੋਰਨੀਆ, ਅਤੇ ਦੂਸਰਾ ਸਾਡਾ ਹੁਣ ਫ੍ਰਿਜ਼ਨੋ ਦੇ ਵਿੱਚ ਆ 2125 ਨਾਰਥ ਵਾਰਟਨ ਐਵਨਿਊ ਫ੍ਰਿਜ਼ਨੋ। ਉੱਥੇ ਵੀ ਜਿਹੜੇ ਸਾਡੇ 4 ਇੰਪਲਾਈ ਆ ਉਹ ਇਸ ਨੂੰ ਹੀ ਹੈਂਡਲ ਕਰ ਰਹੇ ਹੈਗੇ ਆ। ਸੋ ਜਿਹੜੇ ਰਿਨਿਊਅਲ ਜਿਨ੍ਹਾਂ ਦੇ ਕੋਲ ਆਲਰੇਡੀ ਹੈਗੀ ਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ, ਉਹਨਾਂ ਨੂੰ ਆਲਰੇਡੀ ਜਿਹੜੇ ਰਿਨਿਊਅਲ ਨੋਟਿਸ ਆਉਣੇ ਸ਼ੁਰੂ ਹੋ ਗਏ ਆ, ਉਹ ਤੁਸੀਂ ਦੇਖਿਆ ਹੀ ਹੋਣਾ ਆ। ਸੋ ਆਟੋਮੈਟਿਕਲੀ ਇਹ ਜਿਹੜੇ ਤੁਹਾਡਾ ਹੈਲਥ ਇੰਸ਼ੋਰੈਂਸ ਆ ਉਹ ਰਿਨਿਊ ਹੋ ਜਾਣੀ ਆ ਇਸ ਮਹੀਨੇ ਦੇ ਐਂਡ ਤੱਕ। ਪਰ ਕੁਛ ਚੀਜ਼ਾਂ ਜ਼ਰੂਰ ਧਿਆਨ ਰੱਖਣ ਯੋਗ ਆ। ਜਦੋਂ ਤੁਹਾਨੂੰ ਲੈਟਰ ਆਉਂਦਾ ਕਾਲ ਜ਼ਰੂਰ ਕਰੋ। ਕਿਸੇ ਦਾ ਐਡਰੈਸ ਚੇਂਜ ਹੋ ਗਿਆ ਆ ਉਹ ਪਲੀਜ਼ ਅਪਡੇਟ ਕਰੋ। ਇਨਕਮ ਜਿਹੜੀ ਤੁਹਾਡੀ ਚੇਂਜ ਹੋਈ ਆ ਉਹਨੂੰ ਵੀ ਅਪਡੇਟ ਕਰੋ, ਕਿਉਂਕਿ ਕੀ ਹੁੰਦਾ ਵੀ ਇਸ ਸਾਲ ਤਾਂ ਉਹਨੇ ਮਾਫ ਕਰਤਾ ਸੀ ਜੇ ਕਿਸੇ ਦੀ ਇਨਕਮ ਵੱਧ ਗਈ ਸੀ ਤੇ ਉਹਨੇ ਪਲੰਟੀ ਨਹੀਂ ਪਾਈ ਹੈਗੀ। ਨਹੀਂ ਤਾਂ ਪਿਛਲੇ ਸਾਲਾਂ 'ਚ ਕਈ ਵਾਰੀ ਕੀ ਹੁੰਦਾ ਵੀ ਜਦੋਂ ਤੁਸੀਂ ਇਨਕਮ ਘੱਟ ਦੱਸਦੇ ਆ, ਈਅਰ ਐਂਡ 'ਤੇ ਜ਼ਿਆਦਾ ਹੋ ਜਾਂਦੀ ਆ, ਅਤੇ ਉਹ ਜਿਹੜਾ ਡਿਫਰੈਂਸ ਹੁੰਦਾ ਨਾ ਫਿਰ ਉਹਨੂੰ ਜ਼ਿਆਦਾ ਚਾਰਜ ਕਰਦੇ ਆ, ਅਤੇ ਉਹ ਫਿਰ ਪਲੰਟੀ ਦੇਣੀ ਪੈਂਦੀ ਆ। ਸੋ ਉਹ ਜ਼ਰੂਰ ਇਨਕਮ ਅਪਡੇਟ ਕਰੋ। ਹਾਊਸ ਹੋਲਡ ਸਾਈਜ਼ ਦੇ ਵਿੱਚ ਬਹੁਤ ਵਾਰ ਕੀ ਹੁੰਦਾ ਆ ਵੀ ਕੋਈ ਸਿੰਗਲ ਆ, ਮੈਰਿਡ ਹੋ ਗਿਆ, ਮੈਰਿਡ ਆ, ਉਹਨਾਂ ਦੇ ਬੱਚਾ ਹੋ ਗਿਆ, ਜਾਂ ਫੈਮਿਲੀ ਆ, ਉਹਨਾਂ ਦਾ ਬੱਚਾ ਜਿਹੜਾ ਕਿਤੇ ਉਹਦਾ ਵਿਆਹ ਹੋ ਗਿਆ, ਮੂਵ ਹੋ ਗਿਆ ਆਊਟ। ਸੋ ਬਹੁਤ ਕੁਝ ਜਿਹੜਾ ਚੇਂਜ ਹੋ ਜਾਂਦਾ। ਸੋ ਉਹਨੂੰ ਜ਼ਰੂਰ ਜਦੋਂ ਵੀ ਤੁਹਾਨੂੰ ਰਿਨਿਊਅਲ ਦਾ ਨੋਟਿਸ ਆਉਂਦਾ
ਜਸਟ ਕਾਲ ਕਰੋ ਸਾਡੇ ਆਫਿਸ ਦੇ ਵਿੱਚ, ਆਪਾਂ ਇਹ 5-7 ਕੁਐਸਚਨ ਤੁਹਾਨੂੰ ਪੁੱਛ ਕੇ ਜੋ ਵੀ ਅਪਡੇਟ ਕਰਨੀ ਆ ਉਹ ਆਪਾਂ ਫੋਨ ਤੇ ਵੀ ਕਰ ਦਿੰਦੇ ਆ। ਅੱਜ ਕੱਲ੍ਹ ਤਾਂ ਬਹੁਤ ਈਜ਼ੀ ਆ, ਵਟਸਐਪ, ਈਮੇਲ, ਸਾਰਾ ਕੁਛ। ਆਫਿਸ ਵਿੱਚ ਆਉਣ ਦੀ ਵੀ ਨਹੀਂ ਜ਼ਰੂਰਤ ਪੈਂਦੀ। ਪੂਰੇ ਕੈਲੀਫੋਰਨੀਆ ਦੇ ਵਿੱਚ ਸੈਨ ਡਿਏਗੋ ਤੋਂ ਲੈ ਕੇ ਰੈਡਿੰਗ ਤੱਕ ਤੁਸੀਂ ਕਿਸੇ ਵੀ ਟਾਊਨ ਦੇ ਵਿੱਚ ਰਹਿੰਦੇ ਆ, ਇਹ ਜਿਹੜਾ ਤੁਸੀਂ ਆਪਣਾ ਪੰਜਾਬੀ ਦੇ ਵਿੱਚ ਸਾਡੇ ਆਫਿਸ ਦੇ ਵਿੱਚ ਹਿੰਦੀ ਦੇ ਵਿੱਚ ਗੱਲਬਾਤ ਕਰਕੇ ਇਹ ਰਿਨਿਊ ਕਰਾ ਸਕਦੇ ਆ। ਜੀ, ਸੋ ਬਿਲਕੁਲ। ਸੋ ਇਹਨਾਂ ਦਾ ਫ਼ੋਨ ਨੰਬਰ ਦੱਸਦੇ ਜਾਈਏ, 408-272-2500, 4082722500। ਇਸ ਨੰਬਰ ਦੇ ਉੱਤੇ ਜਿਹੜਾ ਹੈ ਉਹ ਤੁਸੀਂ ਕਾਲ ਕਰਕੇ ਇਹਨਾਂ ਦੇ ਕੋਲੋਂ ਤੁਸੀਂ ਇਨਫੋਰਮੇਸ਼ਨ ਜਿਹੜੀ ਉਹ ਤੁਸੀਂ ਲੈ ਸਕਦੇ ਆ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਬਾਬਤ। ਜਿੱਦਾਂ ਕਿਹਾ ਵੀ ਕਈ ਜਿਹੜੇ ਪਰਿਵਾਰ ਦੇ ਵਿੱਚ ਚੇਂਜਸ 1 ਸਾਲ ਦੇ ਵਿੱਚ ਆ ਜਾਂਦੇ ਆ, ਚਾਹੇ ਇਨਕਮ ਨੂੰ ਲੈ ਕੇ ਹੋਵੇ ਜਾਂ ਕੁਛ ਹੋਰ ਹੋਵੇ। ਹੁਣ ਆਪਾਂ ਨੂੰ ਪਤਾ ਇਨਕਮ ਦਾ ਬਹੁਤ ਜ਼ਿਆਦਾ ਜਿਹੜਾ ਫ਼ਰਕ ਆ ਉਹ ਰਿਹਾ ਹੋਣਾ ਆ ਪਿਛਲੇ ਸਾਲ ਦੇ ਮੁਕਾਬਲੇ, ਜਿਹੜੇ ਆ ਉਹ ਇਸ ਸਾਲ ਦੇ ਵਿੱਚ। ਸੋ ਕਈ ਜੌਬਸ ਤੇ ਨਹੀਂ ਸੀਗੇ, ਜੌਬ ਸੀਗੀ, ਕਿਸੇ ਨੂੰ ਜਿਹੜੀ ਆ ਉਹ ਅਨਇੰਪਲੋਇਮੈਂਟ ਬੈਨੀਫਿਟ ਮਿਲ ਰਹੇ ਸੀ, ਹੁਣ ਸ਼ਾਇਦ ਉਹ ਨਹੀਂ ਮਿਲ ਰਹੇ ਹੋਣਗੇ, ਜਾਂ ਨਵੀਂ ਜੌਬ ਸ਼ੁਰੂ ਕੀਤੀ ਹੈ ਜਾਂ ਜੌਬ ਚੇਂਜ ਕੀਤੀ ਹੈ, ਇਨਕਮ 'ਚ ਫ਼ਰਕ ਪਿਆ ਆ। ਸੋ ਜ਼ਰੂਰ ਉਹ ਚੀਜ਼ ਦੱਸ ਕੇ ਫਿਰ ਦੇਖਿਓ। ਤੇ ਹਰਜੋਤ ਸਿੰਘ ਜੀ, ਇਹ ਅਕਸਰ ਦੇਖਿਆ ਜਾਂਦਾ ਹੈ ਵੀ ਸੇਮ ਕਾਊਂਟੀ ਦੇ ਵਿੱਚ ਸਾਲ ਦੇ ਬਾਅਦ ਦੂਜੇ ਸਾਲ ਦੇ ਵਿੱਚ ਆਈਦਰ ਕੰਪਨੀਆਂ ਚੇਂਜ ਹੋ ਜਾਂਦੀਆਂ ਜਾਂ ਉਹਨਾਂ ਦੀਆਂ ਜਿਹੜੇ ਪ੍ਰਾਈਸਿਸ ਆ ਉਹਨਾਂ ਦੇ ਵਿੱਚ ਕਾਫੀ ਫ਼ਰਕ ਪੈ ਜਾਂਦਾ ਜੀ, ਹੈ। ਬਿਲਕੁਲ, ਇਹ ਬਹੁਤ ਧਿਆਨ ਰੱਖਣ ਯੋਗ ਗੱਲ ਆ। ਕਈ ਵਾਰੀ ਕੀ ਕੰਪਨੀਆਂ ਜਿਹੜੀਆਂ ਉਹ ਆਪਣੇ ਹਿਸਾਬ ਨਾਲ ਦੇਖਦੀਆਂ ਵੀ ਸਾਡੀਆਂ ਕਿਤੇ ਇਸ ਕਾਊਂਟੀ ਦੇ ਵਿੱਚ ਬਹੁਤ ਜ਼ਿਆਦਾ ਤਾਂ ਨਹੀਂ ਸਾਡੇ ਕੋਲ ਇੰਸ਼ੋਰਡ ਹੋ ਗਏ, ਤੇ ਆਪਾਂ ਉਹਨੂੰ ਡਿਸਟ੍ਰੀਬਿਊਟ ਕਰਕੇ ਰੱਖੀਏ ਤਾਂ ਕਿ ਉਹਨਾਂ ਦੇ ਕਲੇਮ ਵੀ ਘੱਟ ਰਹਿਣ। ਸੋ ਹਰ ਸਾਲ ਜ਼ਰੂਰੀ ਨਹੀਂ ਵੀ ਜੇ ਤੁਸੀਂ ਇੱਕ ਤੁਹਾਡੀ ਕੰਪਨੀ ਨਾਲ ਚੱਲ ਰਹੀ ਹੈ, ਮੰਨ ਲਓ ਬਲੂ ਕ੍ਰਾਸ ਨਾਲ, ਬਲੂ ਸ਼ੀਲਡ ਨਾਲ, ਹੈਲਥ ਨੈਟ ਨਾਲ, ਵੈਲੀ ਹੈਲਥ ਪਲਾਨ ਜਾਂ ਸਦਰਨ ਕੈਲੀਫੋਰਨੀਆ 'ਚ ਔਸਕਾਰ ਹੈਗੀ ਆ। 11-12 ਦੇ ਕਰੀਬ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਪਾਰਟੀਸਪੇਟ ਕਰਦੀਆਂ। ਸੋ ਕਿਸੇ ਕਾਊਂਟੀ 'ਚ ਉਹਨਾਂ ਦੇ ਰੇਟ ਡਿਫਰੈਂਟ ਆ, ਕੋਈ ਸਸਤੀ ਆ, ਕੋਈ ਮਹਿੰਗੀ ਆ। ਸੋ ਇੱਕ ਕਾਲ ਕਰਕੇ ਜ਼ਰੂਰ ਤੁਸੀਂ ਚੈੱਕ ਕਰ ਲਓ, ਉਹਦੇ ਨਾਲ ਨਾ ਮੇਕ ਸ਼ੋਰ ਹੋ ਜਾਂਦਾ। ਕਈ ਵਾਰੀ ਕੀ ਹੁੰਦਾ ਵੀ ਬੰਦਾ ਨਹੀਂ ਚੇਂਜ ਕਰਨਾ ਚਾਹੁੰਦਾ, ਵੀ ਠੀਕ ਆ ਜੀ ਮੇਰੀ ਪੁਰਾਣੀ ਚੱਲ ਰਹੀ ਹੈਗੀ ਆ, ਵੀ ਉਹ ਮੈਂ ਡਾਕਟਰ ਸੇਮ ਰੱਖਣਾ ਆ, ਕਾਈਜ਼ਰ 'ਚ ਹੈਗੇ ਆ। ਸੋ ਮੇਕ ਸ਼ੋਰ ਕਰੋ। ਬਹੁਤ ਵਾਰੀ ਲੋਕ ਜਿਹੜੇ ਆ ਉਹਨਾਂ ਨੂੰ ਭੁਲੇਖਾ ਹੁੰਦਾ ਵੀ ਤੁਸੀਂ ਜੇ ਇੱਕ ਹੈਲਥ ਇੰਸ਼ੋਰੈਂਸ ਕਰਾ ਲਈ ਪੂਰੇ ਅਮਰੀਕਾ 'ਚ ਕਵਰਡ ਆ, ਹੈ ਨਾ। ਕਈ ਵਾਰੀ ਕੀ ਆ ਲੋਕਲ ਪਲਾਨਸ ਹੁੰਦੀਆਂ ਹੈਗੀਆਂ ਕਿਸੇ ਕਾਊਂਟੀ ਦੀਆਂ, ਉਹ ਬਾਹਰ ਨਹੀਂ ਕਵਰ ਕਰਦੀਆਂ, ਫਿਰ ਤੁਹਾਡਾ ਉਹ ਆਊਟ ਆਫ ਨੈਟਵਰਕ ਚੱਲ ਜਾਂਦਾ। ਕਵਰ ਤਾਂ ਕਰੂਗੇ ਪਰ ਉਹਦੇ 'ਚ ਤੁਹਾਨੂੰ ਡਿਡਕਟੀਬਲ ਬਹੁਤ ਜ਼ਿਆਦਾ ਦੇਣਾ ਪਊਗਾ। ਸੋ ਖਾਸ ਕਰਕੇ ਜਿਹੜੇ ਟਰੱਕਰਸ ਆ ਉਹ ਪਲੀਜ਼ ਜ਼ਰੂਰ ਕਾਲ ਕਰ ਲਓ, ਕਿਉਂਕਿ ਪਿਛਲੇ ਸਾਲ ਦੇ ਦੌਰਾਨ ਮੈਂ ਦੇਖਿਆ ਬਹੁਤ ਵਾਰ ਕਾਲ ਆਉਂਦੀਆਂ, ਭਾਜੀ ਅਸੀਂ ਉਹ ਇੰਸ਼ੋਰੈਂਸ ਕਰਾਈ ਸੀ, ਉਹਨਾਂ ਨੇ ਸਾਨੂੰ ਕਵਰ ਨਹੀਂ ਕੀਤਾ। ਤੇ ਜਦੋਂ ਮੈਂ ਪੁੱਛਦਾ ਵੀ ਕਿਹੜੀ ਪਲਾਨ ਸੀ, ਤੇ ਉਹ ਇੱਕ ਵਾਰੀ ਕਰਨ ਤੋਂ ਪਹਿਲਾਂ ਤੁਸੀਂ ਮੇਕ ਸ਼ੋਰ ਕਰ ਲਓ ਤੁਹਾਡੀ PPO ਪਲਾਨ ਆ, HMO ਪਲਾਨ ਆ, ਕਿਉਂਕਿ ਜਦੋਂ ਤੁਸੀਂ ਸਾਰੀ ਅਮਰੀਕਾ 'ਚ ਘੁੰਮਣਾ ਆ ਤੇ ਤੁਹਾਡੀ ਉੱਦਾਂ ਦੀ ਤੁਹਾਨੂੰ ਕਵਰੇਜ ਚਾਹੀਦੀ ਆ, ਉਹ ਜਿਹੜੀ ਹਰ ਜਗ੍ਹਾ ਉਹ ਕਵਰ ਕਰ ਲੈ। ਇਹ ਬਹੁਤ ਜ਼ਰੂਰੀ ਆ। ਦੂਸਰੀ ਗੱਲ ਇਹ ਆ ਵੀ ਰਾਜਕਨਵੀਰ ਸਿੰਘ ਜੀ, ਆਪਾਂ ਦੱਸਣਾ ਚਾਹੁੰਦੇ ਵੀ ਜਿਹੜਾ ਸਾਡਾ ਆਫਿਸ ਆ ਉਹ ਸਾਰਾ ਸਾਲ ਹੀ ਓਪਨ ਹੁੰਦਾ ਆ, ਸਵੇਰ ਦੇ 9 ਵਜੇ ਤੋਂ ਲੈ ਕੇ ਰਾਤ ਦੇ 7 ਵਜੇ ਤਾਈਂ, ਰਾਈਟ। ਸੋ ਕੀ ਹੁੰਦਾ ਵੀ ਬਹੁਤ ਵਾਰ ਮੈਂ ਦੇਖਿਆ ਵੀ ਲੋਕ ਇੰਸ਼ੋਰੈਂਸ ਵੀ ਕਰਾ ਲੈਂਦੇ, ਮੁੜ ਕੇ ਕਹਿੰਦੇ ਯਾਰ ਉਹ ਸਾਡਾ ਰਿਸ਼ਤੇਦਾਰ ਸੀ, ਉਹਦੇ ਕੋਲ ਚੱਲ ਗਿਆ ਜੇ ਉਹ। ਫਿਰ ਜਦੋਂ ਜ਼ਰੂਰਤ ਹੁੰਦੀ ਆ ਕਿਸੇ ਤਰ੍ਹਾਂ ਦੀ ਕੋਈ ਚੇਂਜ ਕਰਨੀ ਆ, 1095 ਫਾਰਮ ਚਾਹੀਦਾ, ਕੋਈ ਡਾਕਟਰ ਚੇਂਜ ਆ, ਕੋਈ ਕੁਛ, ਫਿਰ ਮੁੜ ਕੇ ਕਹਿੰਦੇ ਯਾਰ ਉਹ ਲੱਭਦਾ ਨਹੀਂ ਬੰਦਾ। ਸੋ ਇਹ ਮੇਕ ਸ਼ੋਰ ਕਰੋ ਜਿੱਥੇ ਵੀ ਤੁਸੀਂ ਹੈਲਪ ਲੈਣੀ ਆ ਵੀ ਉਹ ਈਅਰ ਰਾਊਂਡ ਤੁਹਾਨੂੰ ਬੰਦਾ ਅਵੇਲੇਬਲ ਹੋਵੇ। ਇਹ ਇੱਦਾਂ ਨਹੀਂ ਆ ਵੀ ਤੁਸੀਂ ਇੱਕ ਵਾਰੀ ਕਰਾ ਲਈ ਤਾਂ ਸਟੋਰੀ ਖਤਮ ਹੋ ਗਈ, ਤੁਹਾਨੂੰ ਬਾਰ-ਬਾਰ ਜ਼ਰੂਰਤ ਪੈਂਦੀ ਰਹਿੰਦੀ ਆ। ਲਾਈਫ 'ਚ ਬੰਦੇ ਨੂੰ ਬਹੁਤ ਚੇਂਜਸ ਆਉਂਦੀਆਂ ਹੈਗੀਆਂ। ਤੇ ਥੋੜ੍ਹਾ ਜਿਹਾ ਆਪਾਂ ਜੇ ਸਾਡਾ ਸਮਾਂ ਵੀ ਸਮਾਪਤੀ ਵੱਲ ਹੀ ਆ, ਥੋੜ੍ਹੀ ਜਿਹੀ ਐਜੂਕੇਸ਼ਨ ਮੈਂ ਦੇਣੀ ਚਾਹੁੰਦਾ ਆ ਵੀ ਕੈਲੀਫੋਰਨੀਆ ਦੇ ਵਿੱਚ, ਕਿਉਂਕਿ ਹਰ ਸਟੇਟ 'ਚ ਥੋੜ੍ਹਾ ਡਿਫਰੈਂਟ ਆ। ਕੈਲੀਫੋਰਨੀਆ ਦੇ ਵਿੱਚ ਜਿੱਦਾਂ ਜੇ ਤਾਂ ਤੁਹਾਡੇ ਬੱਚੇ 18 ਸਾਲ ਤੋਂ ਥੱਲੇ ਆ, ਉਹਨਾਂ ਨੂੰ ਮੈਡੀਕਲ ਮਿਲਦਾ ਆ। ਕੁਛ ਲਿਮਿਟ ਹੈਗੀ ਆ, ਵੀ ਮੰਨ ਲਓ 4 ਜਾਣੇ ਆ, ਤੁਹਾਡੀ ਇਨਕਮ 53,000 ਤੋਂ ਥੱਲੇ ਆ, ਬੱਚਿਆਂ ਨੂੰ ਮੈਡੀਕਲ ਮਿਲੂਗਾ। ਤੁਹਾਨੂੰ ਜਿਹੜੀ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਥਰੂ ਸਬਸਿਡੀ ਮਿਲ ਜੂਗੀ। ਜਿਹੜੇ 18 ਸਾਲ ਤੋਂ 65 ਸਾਲ ਤੱਕ ਆ, ਉਹਨਾਂ ਨੂੰ ਰੈਗੂਲਰ ਹੈਲਥ ਇੰਸ਼ੋਰੈਂਸ ਜਾਂ ਮੈਡੀਕਲ ਜਿਹੜਾ ਤੁਹਾਡਾ ਇਨਕਮ ਬੇਸ ਤੇ। ਜਿਹੜੇ 65 ਸਾਲ ਤੋਂ ਉੱਤੇ ਆ, ਉਹ ਹਰ ਇੱਕ ਜਣੇ ਨੂੰ ਮੈਡੀਕੇਅਰ ਮਿਲਦਾ ਆ। ਪਰ ਕਈ ਵਾਰ ਕੀ ਹੁੰਦਾ ਆਪਣੇ ਪੰਜਾਬੀਆਂ ਦੇ ਜਾਂ ਜਿਹੜੇ ਹੋਰ ਹਿੰਦੀ ਕਮਿਊਨਿਟੀ ਆ ਜਾਂ ਹੋਰ ਜਿਹੜੇ ਆਪਾਂ ਇਮੀਗ੍ਰੈਂਟ ਹੈਗੇ ਆ, ਉਹਨਾਂ ਦੇ ਵਿੱਚ ਕੀ ਹੁੰਦਾ ਵੀ ਬਹੁਤ ਵਾਰ ਸਾਡੇ ਪੇਰੈਂਟਸ ਵੀ ਆ ਜਾਂਦੇ ਆ ਤੇ ਉਹਨਾਂ ਨੇ 40 ਕੁਆਟਰ ਨਹੀਂ ਬਣੇ ਹੁੰਦੇ। ਸੋ ਉਹ ਮੈਡੀਕੇਅਰ ਲਈ ਕੁਆਲੀਫਾਈ ਨਹੀਂ ਕਰਦੇ ਤੇ ਉਹਨਾਂ ਨੂੰ ਜਾਂ ਮੈਡੀਕਲ ਮਿਲੂਗਾ ਜਾਂ ਫਿਰ ਉਹ ਕਵਰਡ ਕੈਲੀਫੋਰਨੀਆ ਪਲਾਨ ਲੈ ਸਕਦੇ। ਉਹਦੇ 'ਚ ਬਹੁਤ ਜਿਹੜਾ ਭੰਬਲ-ਭੂਸਾ ਹੁੰਦਾ ਹੈਗਾ, ਲੋਕਾਂ ਨੂੰ ਪਤਾ ਨਹੀਂ ਹੁੰਦਾ ਕਈ ਵਾਰੀ ਤੁਹਾਡੀ ਇੰਡੀਆ ਦੀ ਇਨਕਮ ਕਿੰਨੀ ਆ, ਉਹ ਕਾਊਂਟ ਹੋਣੀ ਆ, ਬੈਂਕ 'ਚ ਕਿੰਨੇ ਪੈਸੇ ਚਾਹੀਦੇ ਆ।
ਜੇ ਤੁਹਾਡੇ ਕਈ ਵਾਰੀ ਕੀ ਹੁੰਦਾ 2 ਜਾਣੇ ਆ ਉਹ ਕਹਿੰਦੇ 2000 ਤੋਂ ਵੱਧ ਨਹੀਂ ਚਾਹੀਦੇ, ਜੇ $2100 ਵੀ ਹੋ ਗਿਆ ਤੁਹਾਡਾ ਮੈਡੀਕਲ ਕੈਂਸਲ ਹੋ ਜਾਂਦਾ। ਸੋ ਬਹੁਤ ਸਾਰੀਆਂ ਜਿਹੜੇ ਆ ਇੱਦਾਂ ਦੀਆਂ ਸਿਚੁਏਸ਼ਨ ਹੁੰਦੀਆਂ, ਤੁਸੀਂ ਜਿਹੜਾ ਪ੍ਰੋਫੈਸ਼ਨਲ ਬੰਦਾ ਆ ਉਹ ਤੋਂ ਜ਼ਰੂਰ ਸਲਾਹ ਲੈ ਲਓ। ਜਿਹੜੀਆਂ ਨਵੀਆਂ ਐਪਲੀਕੇਸ਼ਨਾਂ ਆ ਕਵਰਡ ਕੈਲੀਫੋਰਨੀਆ ਦੀਆਂ, ਉਹ ਵੀ ਜਿਹੜੀਆਂ ਸ਼ੁਰੂ ਹੋ ਗਈਆਂ ਹੈਗੀਆਂ, ਉਹ ਅਕਤੂਬਰ 15 ਤੋਂ ਸ਼ੁਰੂ ਹੋ ਗਈਆਂ, ਪਰ ਉਹਦੇ 'ਚ ਇਹ ਆ ਵੀ ਸਟਾਰਟ ਤੁਹਾਡੀ ਜਨਵਰੀ 1 ਤੋਂ ਹੀ ਹੋਣੀ ਆ। ਸੋ ਇਸ ਸਾਲ ਜਿਨ੍ਹਾਂ ਨੇ ਨਹੀਂ ਇੰਸ਼ੋਰੈਂਸ ਕਰਾਈ ਉਹਨਾਂ ਨੂੰ ਮਿਨੀਮਮ $750 ਦੇ ਕਰੀਬ ਫਾਈਨ ਦੇਣਾ ਪੈਣਾ ਪਰ ਪਰਸਨ, ਮਿਨੀਮਮ ਆ ਇਹ। ਪਰ ਹੁਣ ਮੈਂ ਦੇਖਦਾ ਵੀ ਕਈਆਂ ਦੀ ਤਾਂ ਡਾਲਰ ਦੀ ਇੰਸ਼ੋਰੈਂਸ ਸੀਗੀ ਇੱਕ ਉਹਨਾਂ ਦੀ, ਹੁਣ ਈਵਨ ਨੈਕਸਟ ਈਅਰ ਕਈਆਂ ਦੀ $0 ਤੇ ਵੀ ਹੈਗੀ ਆ ਪੇਮੈਂਟ ਤੇ। ਸੋ ਪਲੀਜ਼ ਮੇਕ ਸ਼ੋਰ ਕਰ ਲਿਓ, ਬੰਦੇ ਬਹੁਤ ਘੋਲ ਕਰਦੇ ਆ ਵੀ ਨਹੀਂ ਯਾਰ ਆਪਾਂ ਨੂੰ ਜ਼ਰੂਰਤ ਹੀ ਨਹੀਂ ਪਈ, ਮੈਂ ਕਰਾਈ ਨਹੀਂ, ਮੈਂ 4 ਸਾਲ ਹੋ ਗਏ ਰਹਿੰਦੇ ਨੂੰ। ਤੇ ਆਪਾਂ ਸਾਰਿਆਂ ਨੂੰ ਪਤਾ ਜੇ ਕਿਤੇ ਰੱਬ ਨਾ ਕਰੇ ਇੱਕ ਦਿਨ ਵੀ ਤੁਸੀਂ ਹਸਪਤਾਲ ਚਲ ਗਏ ਤੇ ਤੁਹਾਡਾ $15-20 ਦਾ ਬਿੱਲ ਕਿਤੇ ਨਹੀਂ ਗਿਆ, ਤੇ ਉਹ ਤੁਹਾਡਾ ਕਲੈਕਸ਼ਨ 'ਚ ਜਾਣਾ ਤੇ ਸਾਰੀ ਉਮਰ ਫਿਰ ਤੁਹਾਡਾ ਉਹ ਰੈਕਡ ਤੇ ਪਿਆ ਰਹਿਣਾ। ਦੱਸਦੇ ਜਾਈਏ ਸਿੰਘ ਜੀ, ਇਸੇ ਦੇ ਨਾਲ ਹੀ ਸੰਬੰਧਿਤ ਕਿਸੇ ਨੇ ਨਾ ਐਮਰਜੈਂਸੀ ਕੋਵਿਡ ਦਾ ਟੈਸਟ ਕਰਾਇਆ ਸੀ, $53,000 ਦਾ ਬਿੱਲ ਸੀ ਉਹਨੂੰ, ਸਿਰਫ ਕੋਵਿਡ ਦੇ ਟੈਸਟ ਦਾ। ਤੁਸੀਂ ਆਪ ਹਿਸਾਬ ਲਾ ਲਓ ਵੀ ਕਿਤੇ ਕੋਈ ਬਿਮਾਰ ਹੋ ਗਿਆ, ਕੁਛ ਹੋ ਗਿਆ ਤਾਂ ਬਣਨਾ ਜਿਹੜਾ ਉਹ ਕੀ ਹੈਗਾ। ਸੋ ਹੈਲਥ ਇੰਸ਼ੋਰੈਂਸ ਬਹੁਤ ਜ਼ਰੂਰੀ ਆ। ਬੈਸਟ ਥਿੰਗ ਇਸ ਪੂਰੇ ਪਲਾਨ ਦੇ ਵਿੱਚ ਇਹ ਆ ਵੀ ਮੈਡੀਕਲ ਕੰਡੀਸ਼ਨ ਤੁਹਾਡੀ ਮੈਟਰ ਨਹੀਂ ਕਰਦੀ। ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਬਿਮਾਰੀ ਹੋਵੇ, ਡਜ਼ ਨਾਟ ਮੈਟਰ, ਕੋਈ ਤੁਹਾਨੂੰ ਉਸ ਦੇ ਕਰਕੇ ਨਾ ਨਹੀਂ ਕਰ ਸਕਦਾ। ਅੱਜ ਤੋਂ ਜਦੋਂ ਇਹ ਨਹੀਂ ਸੀ, ਓਬਾਮਾ ਕੇਅਰ ਨਹੀਂ ਸੀਗੀ, ਉਸ ਤੋਂ ਪਹਿਲਾਂ ਕਿੰਨੀ ਜ਼ਿਆਦਾ ਮਹਿੰਗੀ ਤੇ ਨਾ ਹੋਣ ਦੇ ਬਰਾਬਰ ਵਾਲੀ ਗੱਲ ਹੀ ਜਿਹੜੀ ਉਹ ਸੀਗੀ। ਪਰ ਹੁਣ ਇਹ ਇਨਕਮ ਬੇਸਡ ਜਿਹੜੀ ਉਹਨਾਂ ਨੇ ਕੀਤੀ ਆ ਵੀ ਕਿੰਨੀ ਤੁਸੀਂ ਕਮਾਈ ਕਰਦੇ ਉਸ ਹਿਸਾਬ ਦੇ ਨਾਲ ਫਿਰ ਤੁਹਾਨੂੰ ਸਬਸਿਡੀ ਜਿਹੜੀ ਉਹ ਮਿਲਦੀ ਆ। ਤੇ ਮੈਡੀਕਲ ਕੰਡੀਸ਼ਨ ਡਜ਼ਨਟ ਮੈਟਰ, ਤੁਹਾਡੀ ਹੈਲਥ ਇੰਸ਼ੋਰੈਂਸ ਜਿਹੜੀ ਉਹ ਤੁਹਾਡੀ ਜ਼ਰੂਰ ਹੋ ਜਾਵੇਗੀ। ਇੱਕ ਜ਼ਰੂਰ ਆ ਵੀ ਆਪਾਂ ਪੰਜਾਬੀਆਂ ਦੀ ਆਦਤ ਹੁੰਦੀ ਇੱਕ ਦੂਜੇ ਵੱਲ ਦੇਖ ਲੈਂਦੇ ਹੋ, ਯਾਰ ਮੇਰੇ ਗੁਆਂਢੀ ਤਾਂ $30 ਦਿੰਦੇ ਆ, ਮੇਰੀ $60 ਕਾਹਤੇ ਆ। ਸੋ ਇਹ ਤੁਸੀਂ ਇਹ ਚੀਜ਼ਾਂ ਇਦਾਂ ਦੀਆਂ ਦੇਖਣੀਆਂ ਛੱਡ ਦਿਓ, ਕਿਉਂਕਿ ਬਹੁਤ ਚੀਜ਼ਾਂ ਦੇ ਉੱਤੇ ਇਹ ਮੈਟਰ ਕਰਦਾ ਆ। ਤੁਹਾਡੀ ਇਨਕਮ ਕਿੰਨੀ ਆ, ਫੈਮਿਲੀ ਸਾਈਜ਼ ਕਿੰਨਾ ਹੈਗਾ ਆ, ਏਜ ਕੀ ਆ, ਕਿਹੜੀ ਕਾਉਂਟੀ 'ਚ ਰਹਿੰਦੇ ਆ, ਹਰ ਚੀਜ਼ ਦੇ ਉੱਤੇ ਇਹ ਜਿਹੜਾ ਰੇਟ ਆ ਡਿਪੈਂਡ ਕਰਦਾ ਹੈਗਾ। ਸੋ ਜਿਨ੍ਹਾਂ ਨੇ ਨਵੀਂ ਇੰਸ਼ੋਰੈਂਸ ਕਰਾਉਣੀ ਆ ਉਹਨਾਂ ਨੂੰ ਮੈਂ ਦੱਸਦਾ ਵੀ ਜਿਨ੍ਹਾਂ ਨੇ ਨਹੀਂ ਕਰਾਈ, ਪਿਛਲੇ ਸਾਲ ਆਏ ਆ ਜਾਂ ਨਵੇਂ ਉਹਨਾਂ ਨੂੰ ਵਰਕ ਪਰਮਿਟ ਮਿਲੇ ਆ ਜਾਂ ਮਿਸ ਕਰ ਗਏ ਸੀ, ਇੱਕ ਤਾਂ ਤੁਹਾਡੇ ਇਮੀਗ੍ਰੇਸ਼ਨ ਦੇ ਪੇਪਰ ਚਾਹੀਦੇ ਹੁੰਦੇ। ਇਮੀਗ੍ਰੇਸ਼ਨ ਦੇ ਪੇਪਰ ਦਾ ਮਤਲਬ ਇਹ ਆ ਵੀ ਚਾਹੇ ਤੁਹਾਡੇ ਕੋਲ ਵਰਕ ਪਰਮਿਟ ਆ, ਗ੍ਰੀਨ ਕਾਰਡ ਆ, ਸਿਟੀਜ਼ਨ ਹੈਗੇ ਆ ਉਹ, ਤੇ ਦੂਸਰਾ ਤੁਹਾਡਾ ਡਰਾਈਵਿੰਗ ਲਾਇਸੈਂਸ ਜਾਂ ID, ਤਾਂ ਕਿ ਪ੍ਰੂਵ ਹੋ ਸਕੇ ਵੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ, ਜਾਂ ਤੁਹਾਡੀ ਬੈਂਕ ਸਟੇਟਮੈਂਟ, ਕੁਛ ਨਾ ਕੁਛ ਤੁਹਾਡਾ ਬਿੱਲ ਜਿਹੜਾ ਹੈਗਾ ਆ, ਇਲੈਕਟ੍ਰਿਕ ਬਿੱਲ ਹੋ ਜਾਏ, ਫੋਨ ਦਾ ਬਿੱਲ ਹੋ ਜਾਏ, ਤੇ ਤੀਸਰਾ ਤੁਹਾਡੀ ਇਨਕਮ। ਜੇ ਪਿਛਲੇ ਸਾਲ ਦਾ ਟੈਕਸ ਰਿਟਰਨ ਭਰਿਆ ਆ 1040 ਫਾਰਮ ਦਾ ਪਹਿਲਾ ਪੇਜ, ਜਿਹੜੀ ਉੱਥੇ ਲਾਈਨ ਹੁੰਦੀ ਹੈਗੀ ਜਿਹਦੇ ਤੇ ਨੈਟ ਐਡਜਸਟਡ ਗ੍ਰੋਸ ਇਨਕਮ ਆ, ਕਿਉਂਕਿ ਬਹੁਤ ਸਾਰੇ ਆਪਣੇ ਸੈਲਫ ਇੰਪਲਾਇਡ ਵੀ ਹੈਗੇ ਆ, ਜਾਂ W2, ਤੇ ਜੇ ਪਿਛਲੇ ਸਾਲ ਨਹੀਂ ਇਸ ਸਾਲ ਸ਼ੁਰੂ ਕੀਤਾ ਤੁਹਾਡਾ ਪੇ ਸਟੱਬ, ਉਹਦੇ ਨਾਲ ਫਿਗਰ ਆਊਟ ਹੋ ਜਾਂਦਾ ਆ। ਫੈਮਿਲੀ ਸਾਈਜ਼ ਕਿੰਨਾ ਹੈਗਾ ਆ। ਸੋ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਡਿਪੈਂਡ ਕਰਦੀਆਂ ਕਿਹਨੂੰ ਚਾਹੀਦੀ ਕਿਹਨੂੰ ਨਹੀਂ ਚਾਹੀਦੀ। ਸੋ ਪਲੀਜ਼ ਇਹ ਹੁਣ ਸ਼ੁਰੂ ਹੋ ਗਿਆ ਤੇ ਜਿਹਨੂੰ ਵੀ ਜ਼ਰੂਰਤ ਹੈਗੀ, ਚਾਹੇ ਤੁਹਾਡੀ ਚੱਲਦੀ ਵੀ ਸੀ, ਇੱਕ ਵਾਰੀ ਮੇਕ ਸ਼ੋਰ ਜ਼ਰੂਰ ਕਰ ਲਿਓ ਕਾਲ ਕਰਕੇ। ਇਹ ਜ਼ਰੂਰੀ ਨਹੀਂ ਵੀ ਆਪਾਂ ਤੁਹਾਨੂੰ ਰਾਈਟ ਵੇ ਹੀ ਆਨਸਰ ਦੇ ਦਾਂਗੇ ਕਾਲ ਕਰਕੇ, ਪਰ ਸੇਮ ਡੇ ਜ਼ਰੂਰ ਆਨਸਰ ਤੁਹਾਨੂੰ ਦੇਵਾਂਗੇ ਵੀ ਹਾਂ ਜੇ ਤੁਸੀਂ ਚੇਂਜ ਕਰਨਾ ਆਹ ਪਲਾਨ ਹੋਊਗੀ, ਆਹ ਰੇਟ ਹੋਊਗਾ। ਕਾਲ ਕਰ ਲਿਓ। ਜਿਹੜਾ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਟੈਲੀਫੋਨ ਨੰਬਰ ਹੈਗਾ 408 272 2500 408 272 2500, ਤੇ ਦੋਨੋਂ ਹੀ ਆਫਿਸ ਆ ਸਾਡਾ, ਸੈਨੋਜ਼ੇ ਦੇ ਵਿੱਚ ਵੀ ਤੇ ਫ੍ਰਿਜ਼ਨੋ ਦੇ ਵਿੱਚ ਵੀ। ਜੀ ਬਿਲਕੁਲ, 408 272 2500 ਤੇ ਨਾਲ ਸੰਪਰਕ ਕਰੋ। ਤੇ ਹੁਣ ਆਪਾਂ ਲੈਂਦੇ ਹਾਂ ਹਰਜੋਤ ਸਿੰਘ ਜੀ ਇਜਾਜ਼ਤ, ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।